ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ very good morning। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਅਰਸ਼, ਆਪਣੇ ਸਾਰੇ ਸਰੋਤੇ ਦਰਸ਼ਕਾਂ ਨੂੰ ਜੀ ਕਹਿੰਦੇ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਐਂਡ ਇਸੇ ਹੀ ਸੈਗਮੈਂਟ ਨੂੰ ਲੋਕ ਕਾਫੀ ਉਡੀਕ ਕਰਦੇ ਨੇ ਕਿ ਸਵੇਰੇ ਸਵੇਰੇ ਸਾਡੀ ਮੋਰਨਿੰਗ ਡਰਾਈਵ ਦੇ ਵਿੱਚ ਕੁਛ ਚੰਗੀਆਂ ਗੱਲਾਂ, ਕੁਛ ਇਨਫੋਟੇਨਮੈਂਟ ਗੱਲਾਂ ਸਾਨੂੰ ਸੁਣਨ ਨੂੰ ਅਤੇ ਦੇਖਣ ਨੂੰ ਮਿਲਦੀਆਂ ਨੇ। ਟੈਲੀਵਿਜ਼ਨ 'ਤੇ ਤੁਸੀਂ ਦੇਖਦੇ ਹੋ ਅਤੇ CGMR 1320 AM 'ਤੇ ਤੁਸੀਂ ਸੁਣਦੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਟੂਡੀਓ ਦੇ ਨੰਬਰ 905 813 1320। ਆਓ ਫਿਰ ਜੌਲ ਸਾਹਿਬ ਗੱਲਾਂ ਬਾਤਾਂ ਕਰੀਏ ਕੁਛ ਲੋਕਲ ਨਿਊਜ਼ ਦੇ ਬਾਰੇ, ਸਪੈਸ਼ਲੀ ਜੋ ਆਟਵਾ ਦੇ ਵਿੱਚ ਇਸ ਵੇਲੇ ਟਰੱਕਰਾਂ ਦਾ ਜੋ ਅੰਦੋਲਨ ਚੱਲ ਰਿਹਾ ਜੀ, ਪ੍ਰੋਟੈਸਟ ਚੱਲ ਰਿਹਾ ਜੀ। ਸੋ ਅੱਜ ਜਿਹੜੇ ਨੰਬਰ ਸਾਹਮਣੇ ਆ ਰਹੇ ਨੇ ਗੋ ਫੰਡ ਦੇ, ਪਹਿਲਾਂ 4 ਤੋਂ ਸ਼ੁਰੂ ਹੋਏ ਸੀ, ਫਿਰ 6 ਅਤੇ ਫਿਰ ਹੁਣ ਯਕਦਮ 10 ਮਿਲੀਅਨ ਤੋਂ ਵੀ ਟੱਪ ਚੁੱਕੇ ਨੇ। ਗੋ ਫੰਡ ਡੋਨੇਸ਼ਨਸ ਕ੍ਰੋਸਡ 10 ਮਿਲੀਅਨਸ ਫॉर ਟਰੱਕਰਸ ਇਨ ਆਟਵਾ। ਐਂਡ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਆਪਣੇ ਭਾਰਤੀ ਪੋਲੀਟੀਸ਼ੀਅਨਸ ਵੀ ਕਾਫੀ ਦੇਖ ਰਹੇ ਨੇ ਜੀ ਵਿਦ ਇੰਟਰਸਟ। ਯੈਸ ਅਰਸ਼, ਇਸ ਤਰ੍ਹਾਂ ਵੀ ਇਹ ਜਿਹੜੇ ਉੱਥੇ ਹੁਣ ਡੈਮੋਨਸਟ੍ਰੇਸ਼ਨ ਹੋ ਰਿਹਾ, ਆਪਾਂ ਦੇਖ ਰਹੇ ਹਾਂ ਵੀ ਆਲਮੋਸਟ ਵੀਕ ਹੋ ਚੱਲਿਆ ਜਾਂ ਹੋ ਹੀ ਗਿਆ, ਕਹਿ ਲਓ ਵੀ ਅੱਜ ਦੇ ਦਿਨ ਪਿਛਲੇ ਹਫ਼ਤੇ ਤੁਰ ਪਏ ਸੀ ਇੱਥੋਂ GTA ਤੋਂ ਜੀ। ਤੇ ਹੁਣ ਉਹਨਾਂ ਨੂੰ ਉੱਥੇ ਜਾਣੀ ਟਰੱਕ ਦੇ ਵਿੱਚ ਹੀ ਸੌਣਾ ਰਹਿਣਾ ਵੀ ਆ, ਜੇ ਫਿਰ ਫਿਊਲ ਵੀ ਚਾਹੀਦਾ ਵੀ ਸਟਾਰਟ ਰਹਿਣ ਤੇ ਫੂਡ ਵੀ ਚਾਹੀਦਾ, ਤੇ ਜੇ ਅਦਰਵਾਈਜ਼ ਜਾਣੀ ਵੀ ਟਰੱਕਾਂ 'ਚ ਰਹਿਣਾ ਔਖਾ ਤੇ ਫਿਰ ਉੱਥੇ ਕੋਈ ਹੋਟਲ ਜਾਂ ਲੌਜਿੰਗ ਉਹਨਾਂ ਨੂੰ ਉਹ ਖਰਚੇ ਵੀ ਪੈ ਰਹੇ ਆ। ਇਸ ਤਰ੍ਹਾਂ ਦੇ ਖਰਚਿਆਂ ਦੇ ਲਈ ਜਿਹੜਾ ਜੀ ਇਹ ਔਨਲਾਈਨ ਫੰਡ ਕੀਤਾ ਗਿਆ ਸੀ ਇਕੱਠਾ, ਇਹ ਹੋ ਚੁੱਕਾ ਸੀਗਾ $10 ਮਿਲੀਅਨ ਤੋਂ ਜ਼ਿਆਦਾ। ਤੇ ਪਰ ਹੁਣ ਉਹ ਗੋਫੰਡਮੀ ਨੇ ਜਾਣੀ ਕਿ ਵੀ ਉਹ ਰੋਕ ਦਿੱਤਾ ਹੋਰ ਡੋਨੇਸ਼ਨ ਲੈਣਾ, ਜੇ ਕੋਈ ਕਰੇ ਤੇ ਉਹਨਾਂ ਨੂੰ ਰਿਫੰਡ ਕੀਤੇ ਜਾ ਰਹੇ ਆ। ਕਿਉਂਕਿ ਆਪਾਂ ਗੱਲ ਕਰ ਰਹੇ ਸੀ ਵੀ ਰਿਸੋਰਸਿਸ, ਜਿੰਨਾ ਚਿਰ ਇਹੋ ਜਿਹੇ ਪ੍ਰੋਗਰਾਮਾਂ ਦੇ ਲਈ ਰਿਸੋਰਸਿਸ ਰਹਿਣਗੇ ਤੇ ਜਿਹੜੇ ਡੈਮੋਨਸਟ੍ਰੇਟਰਸ ਆ ਜਾਣੀ ਕਿ ਉਹ ਡਟੇ ਰਹਿ ਸਕਦੇ ਆ। ਤੇ ਦੂਸਰੇ ਪਾਸੇ ਲੇਕਿਨ ਕਿ ਇਹ ਆ ਜੀ ਵੀ ਇਹ ਕੌਨਵੋਏ ਆ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਕਿਸੇ ਵੀ ਤਰੀਕੇ ਦੇ ਨਾਲ ਹਜੇ ਕੋਈ ਹੱਲ ਮਸਲਾ ਹੁੰਦਾ ਨਜ਼ਰ ਨਹੀਂ ਆ ਰਿਹਾ ਵੀ ਉੱਥੋਂ ਇਹਨਾਂ ਨੂੰ ਹਟਾਇਆ ਜਾਊਗਾ। ਜਿਸ ਤਰ੍ਹਾਂ ਪੁਲਿਸ ਮੁਖੀ ਹੈ ਪੀਟਰ ਸਲੋਲੀ ਆਟਵਾ ਦੇ, ਉਹਨਾਂ ਦੀ ਤਰ੍ਹਾਂ ਦੀ ਬਿਆਨਬਾਜ਼ੀ ਆਈ ਹੈ। ਸੋ ਕੁੱਲ ਮਿਲਾ ਕੇ ਲੇਕਿਨ ਕਿ ਵੀ ਇਹ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਵੀ ਸਿਖਰ ਤੇ ਆ ਕਿਹਾ ਜਾ ਸਕਦਾ, ਭਾਵੇਂ ਕਿ ਰਸ਼ ਆ ਜਾਂ ਕਹਿ ਲਓ ਵੀ ਗਿਣਤੀ ਆ ਜਿਹੜੀ ਟਰੱਕਰਸ ਦੀ ਅੱਗੇ ਨਾਲੋਂ ਘਟੀ ਹੋ ਸਕਦੀ ਆ। ਜਿਹੜਾ ਇਹ ਗੋਫੰਡਮੀ ਤੇ ਡੋਨੇਸ਼ਨ ਹੋਇਆ ਨਾ ਇੰਨਾ, ਇਹ ਵੈਸੇ ਕੈਨੇਡਾ ਦੀ ਹਿਸਟਰੀ ਦੇ ਵਿੱਚ ਸੈਕਿੰਡ ਟਾਈਮ ਸਮਝਿਆ ਜਾਂਦਾ ਵੀ ਸਭ ਤੋਂ ਵੱਡੀ ਡੋਨੇਸ਼ਨ ਆ ਜਿਹੜੀ ਕਿ ਇੱਦਾਂ ਇਕੱਠੀ ਹੋਈ ਆ। ਉਸ ਤੋਂ ਪਹਿਲਾਂ ਜਿਹੜਾ ਇਹ ਸਸਕਾਚੁਆਨ 'ਚ ਆਪਾਂ ਦੇਖਿਆ ਸੀ ਆਪ ਬੱਸ ਦੇ ਵਿੱਚ ਟਰੱਕ ਵੱਜਾ ਸੀ ਤੇ ਉਹ ਬੱਸ ਦੇ ਵਿੱਚ ਜਿਹੜੀ ਹਾਕੀ ਦੀ ਟੀਮ ਸੀ ਉਹਨਾਂ ਦੀਆਂ ਡੈਥਸ ਹੋ ਗਈਆਂ ਸੀਗੀਆਂ। ਤੇ ਉਹ ਟਰੱਕ ਦਾ ਡਰਾਈਵਰ ਜਿਹੜਾ ਪੰਜਾਬੀ ਸੀਗਾ ਤੇ ਉਹ ਹੁਣ ਉਹਨੂੰ ਸਜ਼ਾ ਹੋਈ ਹੈ। ਤੇ ਲੇਕਿਨ ਕਿ ਵੀ ਇਹ ਹੁਣ ਦੂਸਰੀ ਵਾਰੀ ਆ ਵੀ 15 ਮਿਲੀਅਨ ਉਹ ਸੀ ਤੇ 10 ਮਿਲੀਅਨ ਦੀ ਇਹ ਕੰਟਰੀਬਿਊਸ਼ਨ ਹੋ ਚੁੱਕੀ ਆ। ਪਰ ਇਸ ਤਰੀਕੇ ਦੇ ਨਾਲ ਇਹ ਅੱਜ ਵੀ ਇੰਨੀ ਵੱਡੀ ਸਿੰਪਥੀ ਇਹਨਾਂ ਦੇ ਨਾਲ ਜੁੜ ਜਾਊਗੀ। ਕੱਲ੍ਹ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਆਟਵਾ ਦੇ ਵਿੱਚ ਵੀ ਸਰਕਾਰੀ ਖੇਮਿਆਂ ਦੇ ਵਿੱਚ ਵੀ ਇਹ ਸਾਰੇ ਕੈਨੇਡੀਅਨ ਨਹੀਂ ਹੈਗੇ ਜਿਹੜੇ ਆ ਕੇ ਇੱਥੇ ਬੈਠੇ ਨੇ। ਇਹਨਾਂ ਦੇ ਵਿੱਚ US ਤੋਂ ਜਾਣੀ ਕਾਫੀ ਸਾਰੇ ਲੋਕ ਆ ਕੇ ਸ਼ਾਮਲ ਹੋਏ ਆ। ਹਾਂਜੀ, ਸੋ US ਤੋਂ ਹੋਰ ਦੇਸ਼ਾਂ ਤੋਂ ਜਾਣੀ ਕਿ ਫੰਡਿੰਗ ਵੀ ਇਹਦੇ ਵਿੱਚ ਐਡ ਜਿਹੜੀ ਆ ਉਹ ਹੁੰਦੀ ਗਈ ਆ। ਕੁੱਲ ਮਿਲਾ ਕੇ ਜਾਣੀ ਕਿ ਵੀ ਹੁਣ ਇੱਕ ਤੇ ਜਿਹੜਾ ਪ੍ਰੋਪਰਲੀ ਫੇਅਰਲੀ ਜਿਹੜਾ ਪਲਾਨ ਆ ਵੀ ਉਹ ਗੋਫੰਡਮੀ ਨੂੰ ਇਹ ਦੇਣਗੇ ਬਣਾ ਕੇ ਵੀ ਇੰਨੀ ਵੱਡੀ ਰਕਮ ਕਿਤੇ ਯੂਜ਼ ਹੋ ਰਹੀ ਆ। ਤੇ ਨੈਚੁਰਲੀ ਆ ਵੀ ਜੇ ਕਿਸੇ ਤਰ੍ਹਾਂ ਦੀ ਡਿਸਟਰਕਸ਼ਨ ਜਾਂ ਕਿਸ ਤਰ੍ਹਾਂ ਲੱਗ ਰਿਹਾ ਵੀ ਇਹ ਸ਼ਾਂਤੀ ਭੰਗ ਹੋ ਰਹੀ ਆ ਆਟਵਾ ਦੇ ਵਿੱਚ ਤੇ ਇਹ ਫੰਡਿੰਗ ਜਿਹੜੀ ਆ ਉਹ ਰੁਕੀ ਵੀ ਜਾ ਸਕਦੀ ਆ, ਹਨਾ। ਸੋ ਲੇਕਿਨ ਕਿ ਕੁੱਲ ਮਿਲਾ ਕੇ ਜਿਹੜਾ ਜੀ ਟਰੱਕਰਸ ਮੇਨ ਜਾਂ ਜਿਹੜੇ ਵੀ ਉੱਥੇ ਆਰਗੇਨਾਈਜ਼ਰਸ ਨੇ ਉਹਨਾਂ ਦਾ ਇਹ ਦਾਵਾ ਕਿ ਸਾਡਾ ਜਿਹੜਾ ਡੈਮੋਨਸਟ੍ਰੇਸ਼ਨ ਦਾ ਪੀਸਫੁਲੀ ਆ, ਸ਼ਾਂਤੀਪੂਰਵਕ ਆ, ਉਹਨਾਂ ਚਿਰ ਨਹੀਂ ਉੱਠਾਂਗੇ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਇਹ ਸ਼ਾਇਦ ਸ਼ੁਰੂ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ, ਗਵਰਨਮੈਂਟ ਨੇ ਨਹੀਂ ਸੀ ਸੋਚਿਆ ਵੀ ਇੱਦਾਂ ਹੋ ਜਾਊਗਾ ਵੀ ਆ ਕੇ ਬਹਿ ਹੀ ਜਾਣਗੇ ਵੀ ਆਪਣਾ ਡੈਮੋਨਸਟ੍ਰੇਸ਼ਨ ਕਰਨਗੇ ਤੇ ਚੱਲ ਜਾਣਗੇ। ਪ੍ਰੀਮੀਅਰ ਡਗਫੋਰਡ ਵੀ ਕਹਿੰਦੇ ਸੀ ਵੀ ਜਾਓ ਵੀ ਹੁਣ ਤੁਹਾਡੀ ਗੱਲਬਾਤ ਹੋ ਗਈ, ਪਰ ਉਹਨਾਂ ਦੀ ਗੱਲ ਦਾ ਵੀ ਕੋਈ ਅਸਰ ਨਹੀਂ ਹੋਇਆ। ਸੋ ਕੁੱਲ ਮਿਲਾ ਕੇ ਲੇਕਿਨ ਕਿ ਮੋਹਾਣ ਜਿਹੜਾ ਜੀ ਹੁਣ ਆਪਾਂ ਦੇਖਾਂਗੇ ਵੀ ਟੋਰਾਂਟੋ ਵੱਲ ਨੂੰ ਵੀ ਹੋਣ ਵਾਲਾ ਹੈ ਤੇ ਤਿਆਰੀਆਂ ਜਿਹੜੀਆਂ ਚੰਗੀ ਪੱਧਰ ਤੇ ਟੋਰਾਂਟੋ ਦੇ ਵਿੱਚ ਵੀ ਜਾਰੀ ਨੇ। ਇਸ ਵੀਕਐਂਡ ਦੇ ਦੌਰਾਨ ਜਿਹੜਾ ਜੀ ਡੈਮੋਨਸਟ੍ਰੇਸ਼ਨ ਇਹ ਉਹ ਸਹੀ ਤਰਜ਼ ਦਾ ਕਵਿੰਸ ਪਾਰਕ ਵੇਖੇ। ਜੌਲ ਸਾਹਿਬ ਅਗਲੀ ਗੱਲ ਕਰੀਏ ਤਾਂ ਬਰੈਂਪਟਨ ਦੇ ਵਿੱਚ ਜੋ ਸੀਨੀਅਰਸ ਨੇ ਕਾਫੀ ਅਨਖੁਸ਼ ਨੇ ਜੀ ਵਿਦ ਦ ਸਿਟੀਜ਼ ਰਿਕੁਆਇਰਮੈਂਟ ਟੂ ਕਲੇਮ ਸਨੋ ਰਿਮੂਵਲ। ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਛੋਟਾ ਜਿਹਾ ਗ੍ਰਾਂਟ ਮਿਲਦਾ ਜੀ, ਪਰੰਤੂ ਉਸ ਦੇ ਵਿੱਚ ਵੀ ਜਿਹੜੇ ਸੀਨੀਅਰਸ ਨੇ ਉਹ ਕਾਫੀ ਖੁਸ਼ ਨਹੀਂ ਇਸ ਨੂੰ ਲੈ ਕੇ, ਸਪੈਸ਼ਲੀ ਇਨ ਬਰੈਂਪਟਨ।
ਹਾਂ ਯੈਸ, ਕਿਉਂਕਿ ਉਹ ਜਿਹੜੀ ਗ੍ਰਾਂਟ ਮਿਲਦੀ ਆ ਨਾ ਤੇ ਉਹਦਾ ਜਿਹੜਾ ਪ੍ਰੋਸੈਸ ਹੈ ਉਹ ਕਾਫੀ ਇਹੋ ਜਿਹਾ ਰੱਖਿਆ ਹੋਇਆ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਸੀਨੀਅਰਸ ਨਾ ਉਹ ਪ੍ਰੋਸੈਸ ਪੂਰਾ ਕਰਨ, ਕਿਉਂਕਿ ਪਹਿਲਾਂ ਫਾਰਮ ਭਰੋ ਜੀ, ਫਿਰ ਨਾਲ ਐਵੀਡੈਂਸ ਲਾਓ ਜੀ ਵੀ ਤੁਸੀਂ ਹਾਂਜੀ ਖਰਚਾ ਕੀਤਾ ਵੀ ਆ ਕਿ ਨਹੀਂ, ਰਸੀਦ ਲਓ ਜੀ, ਕੰਟਰੈਕਟ ਦੀ ਕਾਪੀ ਲਾਓ ਜੀ। ਸੋ ਹੁਣ ਸੀਨੀਅਰਸ ਇੱਕ ਤੇ ਫਰਜ਼ ਕਰੋ ਵੀ 65 ਪਲੱਸ ਏਜ ਹੋਵੇ ਜਾਂ ਫਿਰ ਕੋਈ ਫਿਜ਼ੀਕਲੀ ਚੈਲੰਜਡ ਵੀ ਹੋਵੇ ਤੇ ਡਾਲਰ ਔਲ ਜਿਹੜੀਆਂ ਇਹ ਸਾਰੀਆਂ ਉਹਨਾਂ ਨੂੰ ਜਦੋਂ ਕਾਰਵਾਈਆਂ ਕਾਗਜ਼ੀ ਪੂਰੀਆਂ ਕਰਕੇ ਸਬਮਿਟ ਕਰਨਾ ਤੇ ਉਹ 200 ਮਿਲਣਾ ਆ, ਤੇ ਜੇ ਕਾਰਨਰ ਪ੍ਰਾਪਰਟੀ ਹੋਈ ਉਹ ਸਾਰੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਹੋਈਆਂ ਤੇ ਮੈਕਸੀਮਮ 300 ਮਿਲ ਜੂਗਾ। ਪਰ ਹੁਣ ਸਾਨੂੰ ਸੀਨੀਅਰ ਦੀ ਜਿਹੜੇ ਆ ਜੀ ਵੀ ਚਿੰਤਤ ਜਾਂ ਫਿਜ਼ੀਕਲੀ ਚੈਲੰਜਡ ਜਿਹੜੇ ਲੋਕ ਆ, ਬਰੈਂਪਟਨ ਦੇ ਵਾਸੀ ਆ, ਪ੍ਰੋਪਰਟੀ ਓਨਰਸ ਆ, ਉਹਨਾਂ ਦੇ ਵੱਲੋਂ ਆਪਣੇ ਜਿਹੜਾ ਜੀ ਵੀ ਪਰੇਸ਼ਾਨੀਆਂ ਦੱਸੀਆਂ ਜਾਂਦੀਆਂ ਜਦੋਂ ਵੀ ਕਿਸੇ ਨੂੰ ਕਾਲ ਕਰਦੇ ਆ ਸਨੋ ਹਟਾਉਣ ਵਾਸਤੇ ਅਰਸ਼, ਤੇ ਉਹ ਅੱਗੋਂ ਕਹਿੰਦੇ ਜੀ $1000 ਲਵਾਂਗੇ, ਕੋਈ ਕਹਿੰਦਾ ਜੀ 1500 ਲਵਾਂਗੇ, ਕੋਈ ਕਹਿੰਦਾ ਜੀ 200 ਲਵਾਂਗੇ ਸੀਜ਼ਨ ਦਾ। ਤੇ ਹੁਣ ਕਿੱਥੇ $200 ਦੀ ਗ੍ਰਾਂਟ ਹੈ ਤੇ ਕਿੱਥੇ ਉਹਨਾਂ ਨੂੰ ਮਿਲਣਾ ਬਾਅਦ ਚ, ਮਤਲਬ ਦੇਣਾ ਪੈਣਾ 1100 ਜੇ ਸਨੋ ਹਟਾਉਣ, ਹਨਾ। ਅੱਛਾ, ਹੁਣ ਇਹ ਹੈ ਜੀ ਵੀ ਜਦੋਂ ਮਤਲਬ ਕਾਉਂਸਲਰ ਹੋ ਸਕਦਾ ਉਹਨਾਂ ਦੀ ਹੈਲਪ ਕਰ ਦਿੰਦੇ ਹੋਣ ਵੀ, ਪਰ ਉਹ ਜਿੰਨੇ ਚ ਸਾਰੀਆਂ ਰਿਕੁਆਇਰਮੈਂਟਸ ਨਹੀਂ ਪੂਰੀਆਂ ਹੁੰਦੀਆਂ ਵੀ ਤੁਸੀਂ ਰਸੀਦ ਵੀ ਲਈ, ਕਿਸੇ ਨੂੰ ਪੈਸੇ ਦਿੱਤੇ ਵੀ ਜਾਣੀ ਸਾਬਤ ਕਰਨਾ, ਕੋਈ ਕਾਂਟਰੈਕਟ ਕੀਤਾ ਸਨੋ ਹਟਾਉਣ ਦਾ ਸੀਜ਼ਨ ਵਾਸਤੇ, ਤੇ ਜੇ ਉਹ ਨਹੀਂ ਦਿਖਾ ਪਾਏ ਤੇ ਫਿਰ ਜਿਹੜਾ ਉਹ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ ਤੇ ਗ੍ਰਾਂਟ ਨਹੀਂ ਮਿਲਣੀ। ਇਸ ਕਰਕੇ ਜਾਣੀ ਕੋਈ ਲੱਗ ਹੁਣ ਇਹ ਰਿਹਾ ਕਿ ਜਦੋਂ ਕੋਈ ਸੀਨੀਅਰ ਵੀ ਆ, ਜਦੋਂ ਕੋਈ ਫਿਜ਼ੀਕਲ ਚੈਲੰਜਡ ਵੀ ਆ, ਉਹਨਾਂ ਦੇ ਕੋਲ ਇਸ ਗੱਲ ਦਾ ਐਵੀਡੈਂਸ ਆ, ਏਜ ਦਾ ਐਵੀਡੈਂਸ ਹੈਗਾ। ਜੇ ਕੋਈ ਫਿਜ਼ੀਕਲ ਚੈਲੰਜਡ ਆ ਤਾਂ ਉਹਦਾ ਵੀ ਕੋਈ ਮਤਲਬ ਐਵੀਡੈਂਸ ਤੇ ਹੁੰਦਾ ਹੀ ਆ, ਪ੍ਰੂਫ ਵੀ ਮੈਂ ਆਪਣੇ ਸਿੱਖ ਹੈ ਜਾਂ ਜੋ ਵੀ ਆਪਣੀ ਸਿਚੁਏਸ਼ਨ ਹੈ ਮੈਡੀਕਲੀ, ਉਸ ਲਿਹਾਜ਼ ਨਾਲ ਇੰਨਾ ਹੀ ਦੇ ਦੇਖ ਕੇ ਵੀ ਤਰਸ ਦੇ ਆਧਾਰ ਤੇ ਕਹਿ ਲਓ ਜਾਂ ਹਿਊਮੈਨੀਟੇਰੀਅਨ ਬੇਸਿਸ ਤੇ ਜੀ, ਵੀ ਜੇ ਉਹਨਾਂ ਨੂੰ ਵੈਸੇ ਹੀ $200 ਦੇ ਦਿੱਤੇ ਜਾਣ ਸਾਲ ਦੇ ਸਨੋ ਹਟਾਉਣ ਦੇ ਬਿਨਾਂ ਕੋਈ ਉਹਦਾ ਕੋਲੋਂ ਕਾਗਜ਼ੀ ਕਾਰਵਾਈ ਮੰਗਿਆ, ਤੇ ਇਹ ਕੋਈ ਮਤਲਬ ਬਹੁਤ ਵੱਡੀ ਗੱਲ ਨਹੀਂ ਆ, ਹਨਾ। ਤੇ ਫਰਜ਼ ਕੀਤਾ ਜਿਹੜੇ ਸਾਰੇ ਸੀਨੀਅਰਸ ਹੋਣਗੇ, ਪ੍ਰਾਪਰਟੀ ਓਨਰਸ ਹੋਣਗੇ, ਉਹ ਪ੍ਰਾਪਰਟੀ ਟੈਕਸ ਤਾਂ ਦਿੰਦੇ ਹੀ ਆ ਹਰ ਸਾਲ। ਉਹਦੇ ਚ ਸਿਟੀ ਉਹਨਾਂ ਨੂੰ $200 ਛੱਡ ਸਕਦਾ, 300 ਛੱਡ ਸਕਦਾ, ਹਨਾ। ਤੇ ਬਜਾਏ ਇਹਦੇ ਕਿ ਤੁਸੀਂ ਉਹਨਾਂ ਨੂੰ ਆ $200 ਦੇ ਲਈ ਭੰਬਲ ਭੂਸੇ ਚ ਅਪ੍ਰੈਲ ਤੋਂ ਪਹਿਲਾਂ ਅਪਲਾਈ ਕਰ ਲਓ ਜੀ, ਹਨਾ। ਤੇ ਹੁਣ ਸੀਨੀਅਰ ਤਾਂ ਅੱਗੇ ਹੀ ਤੁਹਾਨੂੰ ਪਤਾ ਜੀ ਵੀ ਮੰਥ ਟੂ ਮੰਥ ਉਹਨਾਂ ਦੀ ਪੈਨਸ਼ਨ ਆਊਗੀ, ਤਾਂ ਅਰਸ਼ ਫੇਕ ਤੇ ਜਾ ਕੇ ਉਹਨਾਂ ਦੇ ਸਾਰੇ ਗੁਜ਼ਾਰੇ ਚੱਲਣੇ ਆ, ਤੇ ਮਿਣਤੀ ਦੇ ਉਹਨਾਂ ਕੋਲ ਪੈਸੇ ਹੁੰਦੇ ਆ। ਤੇ ਜੇ ਹੁਣ $1100 $1500 ਕੋਈ ਸਨੋ ਹਟਾਉਣ ਵਾਲਾ ਹੀ ਉਹਨਾਂ ਕੋਲ ਲੈ ਗਿਆ ਤੇ ਬਾਕੀ ਕੀ ਬਚੇਗਾ। ਸੋ ਇਸ ਕਰਕੇ ਲੱਗ ਰਿਹਾ ਵੀ ਇਹ ਨਿਗੂਣੀ ਜੀ ਸਹਾਇਤਾ ਦੇ ਵਾਸਤੇ ਵੱਡੀਆਂ ਇਹ ਕਾਗਜ਼ੀ ਚੱਕਰਾਂ 'ਚ ਸੀਨੀਅਰਸ ਨੂੰ ਜਿਹੜਾ ਨਹੀਂ ਪਾਉਣਾ ਚਾਹੀਦਾ ਵਿਚਾਰਿਆਂ ਨੂੰ। ਸਾਡੇ ਸਤਿਕਾਰਯੋਗ ਨੇ ਕਿ ਉਹਨਾਂ ਦੀ ਜੇ ਮਦਦ ਸਿਟੀ ਵੱਲੋਂ $200 ਨਾਲ ਹੋ ਵੀ ਜਾਏਗੀ ਸਾਲ ਦੇ ਵਿੱਚ, ਉਹਨਾਂ ਨੂੰ ਪ੍ਰੋਪਰਟੀ ਟੈਕਸ ਛੱਡ ਦਿੱਤਾ ਜਾਂ ਹੋਰ ਕੋਈ ਤਰੀਕਾ ਲੱਭ ਲਿਆ ਜਾਏ, ਤੇ ਕਿੰਨਾ ਕੁ ਇਹਦੇ ਨਾਲ ਸਿਟੀ ਨੂੰ ਫਰਕ ਪੈਣ ਲੱਗਾ। ਕਿਉਂਕਿ ਸਾਰੇ ਹੁਣ ਵੱਡੀ ਤਾਦਾਦ ਦੇ ਵਿੱਚ ਹੈਗੇ ਨੇ, ਸਾਰੇ ਚਾਹੁੰਗੇ ਸਾਡੇ ਸੀਨੀਅਰਸ ਖੁਸ਼ ਰਹਿਣ, ਕਿ ਉਹਨਾਂ ਖੁਸ਼ ਰਹਿਣ। ਸੋ ਇਸ ਕਰਕੇ ਲੱਗ ਇਹ ਰਿਹਾ ਜੀ ਵੀ ਵੱਡੀ ਤਾਦਾਦ ਦੇ ਵਿੱਚ ਸਾਡੀਆਂ ਸੀਨੀਅਰ ਕਲੱਬਸ ਹੈਗੀਆਂ ਬਰੈਂਪਟਨ ਦੇ ਵਿੱਚ, ਉਹਨਾਂ ਨੂੰ ਇਹਦੇ ਮਤੇ ਪਾਸ ਕਰ ਦੇਣੇ ਚਾਹੀਦੇ ਆ। ਇਹ ਜਿਹੜੀ ਰਿਕੁਆਇਰਮੈਂਟ ਹਟਾਈ ਜਾਵੇ ਸੀਨੀਅਰਸ ਵਾਸਤੇ। $200 ਲੈਣਾ, $300 ਲੈਣਾ, ਤੇ ਉਹਦੇ ਲਈ ਕਾਗਜ਼ੀ ਕਾਰਵਾਈ ਕਰਨ ਨੂੰ ਮਤਲਬ ਕਈ ਹਫ਼ਤੇ ਉਹ ਭੰਬਲ ਭੂਸੇ 'ਚ ਪਏ ਰਹਿੰਦੇ ਸੀਨੀਅਰਸ, ਨਾ ਕੋਈ ਆਨਲਾਈਨ ਜਾਵੇ, ਨਾ ਉਹ ਫਾਰਮ ਪ੍ਰਿੰਟ ਹੋਵੇ, ਤੇ ਬਾਕੀ ਉਹ ਰਸੀਦ ਜਿਹੜਾ ਜੀ ਵੀ ਕੈਸ਼ ਤੇ ਕੰਮ ਕਰਾਉਣਾ, ਕਈ ਵਾਰੀ ਸਨੋ ਹਟੋ। ਦੂਸਰੇ ਪਾਸੇ ਇਹ ਅਰਸ਼ ਤੇ ਫਰਜ਼ ਕਰੋ ਉਹਨਾਂ ਨੇ ਕਿਸੇ ਨੂੰ ਨਹੀਂ ਵੀ ਪੈਸਾ ਦਿੱਤਾ, ਹਨਾ, ਉਹਨਾਂ ਦਾ ਕੋਈ ਰਿਸ਼ਤੇਦਾਰ ਹਟਾ ਗਿਆ, ਗੁਆਂਢੀ ਹਟਾ ਗਿਆ, ਦੋਸਤ ਮਿੱਤਰ ਹਟਾ ਗਿਆ, ਤੇ ਜੇ ਕੈਸ਼ ਨਹੀਂ ਦੇਣੇ ਪਏ ਤੇ ਕੋਈ ਖੁਸ਼ਾਮਦੀ ਕਰਨੀ ਪੈ ਗਈ ਹੋਊ। ਹੁਣ ਜਿਹਦੇ ਤੇ ਕੋਈ ਗਰਜ ਹੁੰਦੀ ਉਹਦੀ ਖੁਸ਼ਾਮਦੀ ਤੇ ਕੋਈ ਨਾ ਕੋਈ ਉਹਨੂੰ ਖੁਸ਼ ਤਾਂ ਰੱਖਣਾ ਪੈਂਦਾ ਹੀ ਆ ਨਾ, ਤਾਂ ਕਿ ਸਾਡੇ ਕੰਮ ਆਉਂਦਾ ਰਵੇ, ਕੰਮ ਆਉਂਦੀ ਰਵੇ, ਹਨਾ। ਰਾਈਟ। ਸੋ ਤਦ ਕਰਕੇ ਇਹ ਆ ਜੀ ਵੀ ਮਤਲਬ ਖਰਚ ਤਾਂ ਸੀਨੀਅਰਸ ਦਾ ਇਹ ਐਕਸਪੈਕਟ ਕੀਤਾ ਜਾ ਸਕਦਾ ਵੀ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਲੋੜਾਂ ਵਾਸਤੇ ਕੋਈ ਲੋਕ ਉਹਨਾਂ ਦੇ ਮਦਦ ਕਰਦੇ ਹੋਣਗੇ। ਤੇ ਕੋਈ ਵੱਡੀ ਗੱਲ ਜੇ ਉਹਨਾਂ ਨੂੰ ਜਸਟ $200 ਜਿਹੜਾ ਕ੍ਰੈਡਿਟ ਕਰ ਦਿੱਤਾ ਜਾਵੇ ਐਨੂਅਲੀ ਸਨੋ ਹਟਾਉਣ ਲਈ ਸੀਜ਼ਨ ਦੇ ਵਾਸਤੇ, ਤੇ ਜੇ ਕਲੱਬਾਂ ਥੋੜੀ ਜਿਹੀ ਇਸ ਦੇ ਬਾਰੇ ਆਵਾਜ਼ ਉਠਾ ਸਕਣ, ਇਹਦੇ ਮਤੇ ਪਾਸ ਕਰਕੇ ਆਪੇ ਹੀ, ਹੁਣ ਕਿਉਂਕਿ ਇਲੈਕਸ਼ਨ ਦਾ ਸਾਲ ਵੀ ਆ ਨਾ ਜੀ, ਬਿਲਕੁਲ ਆਪਣੇ ਸਿਟੀ ਕਾਉਂਸਲਰ ਨੂੰ ਸਾਰਿਆਂ ਨੂੰ ਸੌਂਪਣੇ ਮਤੇ ਪਾਸ ਕਰਕੇ ਸਿਟੀ ਆਪੋ ਆਪਣੇ ਵਾਰਡ ਦੇ ਵਿੱਚ ਜਿਹੜੇ ਸੀਨੀਅਰ ਕਲੱਬ ਨੇ ਕਿ ਸੀਨੀਅਰ ਤੇ ਕੁਛ ਰਹਿਮ ਕਰੋ, ਹਨਾ। ਕਿਹੜੇ ਚੱਕਰਾਂ 'ਚ ਉਹਨਾਂ ਵਿਚਾਰਿਆਂ ਨੂੰ ਪਾਇਆ ਹੋਇਆ ਜੀ, ਮੇਅਰ ਨੂੰ ਦਿੱਤੇ ਜਾ ਸਕਦੇ ਸਾਰੇ ਇਕੱਠੇ ਹੋ ਕੇ। ਸੀਨੀਅਰ ਕਲੱਬਾਂ ਮਤਲਬ ਐਸੋਸੀਏਸ਼ਨ ਹੈਗੀ ਸੀਨੀਅਰਸ ਦੀ ਕਲੱਬਾਂ ਦੀ ਜੀ, ਉਹ ਜਾ ਕੇ ਮੇਅਰ ਨੂੰ ਲਿਖਣ ਵੀ ਅਸੀਂ ਤੁਹਾਨੂੰ ਮੋਸ਼ਨ ਦੇਣਾ ਚਾਹੁੰਦੇ ਹਾਂ ਵੀ ਆਹ ਸੀਨੀਅਰਸ ਦੀ ਡਿਮਾਂਡ ਹੈ, ਇਹਨੂੰ ਪੂਰੀ ਕਰੋ ਜੀ। ਲੱਗਦਾ ਨੀ ਗਾ ਕਿ ਇੱਕ ਬਹੁਤ ਵੱਡਾ ਔਖਾ ਕੰਮ ਹੋਣਾ ਚਾਹੀਦਾ। ਤੇ ਸੀਨੀਅਰ ਸਾਡੇ ਵਿਚਾਰੇ ਜਿਹੜੇ ਜੀ ਪਰੇਸ਼ਾਨ ਆ, ਇਹ $200 ਦੀ ਜਿਹੜੀ ਕਲੇਮ ਕਰਨਾ ਉਹਨਾਂ ਨੇ ਕਿੰਨੇ ਸਾਰੇ ਚੱਕਰਾਂ ਦੇ ਵਿੱਚ ਜਾਣੀ ਕਾਗਜ਼ੀ ਕਾਰਵਾਈਆਂ 'ਚੋਂ ਨਹੀਂ ਪੈਣਾ ਚਾਹੁੰਦੇ ਜੀ। ਸੋ ਸਿੰਪਲੀਫਾਈ ਕੀਤਾ ਜਾਵੇ,
ਹੋਪਫੁਲੀ ਜਿਹੜੇ ਸੀਨੀਅਰਸ ਕਲੱਬ ਦਾ ਜਿਹੜਾ ਪ੍ਰੈਸ਼ਰ ਹੈ ਜਾਂ ਉਹਨਾਂ ਦਾ ਜਿਹੜਾ ਜੀ ਇਹ ਇੱਕ ਤਰੀਕੇ ਦੇ ਨਾਲ ਮੇਅਰ ਦੇ ਨਾਲ ਸਿਟੀ ਕੌਂਸਲਰਸ ਦੇ ਨਾਲ ਇਹ ਵਰਕ ਕਰ ਸਕਦੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਤੇ ਮੇਰੇ ਹਿਸਾਬ ਨਾਲ ਤਾਂ ਵੀ ਪੈਸੇ ਨਹੀਂ ਦੇਣੇ ਚਾਹੀਦੇ ਸੀਨੀਅਰ ਨੂੰ। ਜਿਹੜੇ ਸੀਨੀਅਰ ਇੰਡੀਪੈਂਡੈਂਟਲੀ ਰਹਿੰਦੇ ਨੇ ਉਹ ਜ਼ਿਆਦਾਤਰ ਅਪਾਰਟਮੈਂਟ ਬਿਲਡਿੰਗਾਂ 'ਚ ਰਹਿੰਦੇ ਨੇ, ਨਾ ਕਿ ਘਰਾਂ 'ਚ। ਉਹ ਜਿਹੜੇ ਸੀਨੀਅਰ ਘਰਾਂ 'ਚ ਰਹਿੰਦੇ ਆ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਨੇ। ਇਹ ਉਹਨਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਹੈਗੀ ਹੈ। ਕਾਹਨੂੰ ਐਵੇਂ ਗੌਰਮੈਂਟ ਨੂੰ ਹੋਰ ਲੁੱਟਣਾ ਚਾਹੁੰਦੇ ਹੋ? $200 ਦੇ ਦਿਓ, ਫਲਾਣਾ ਕਰ ਦਿਓ। ਮੈਨੂੰ ਲੱਗਦਾ ਜੌਹਲ ਸਾਹਿਬ ਦੇ ਮਾਪੇ ਵੀ ਇਹਨਾਂ ਦੇ ਨਾਲ ਰਹਿੰਦੇ ਨੇ। ਆਈ ਥਿੰਕ ਕਿ ਤੁਸੀਂ ਹਾਲੇ ਆਪਾਂ ਕਿਸੇ ਦੇ ਘਰ 'ਚ ਨਾ ਝਾਕੀ ਮਾਰ ਕੇ ਨਹੀਂ ਦੇਖਿਆ, ਕਈ ਜਿਹੜੇ ਹੈਗੇ ਆ ਉਹ ਇਕੱਲੇ ਵੀ ਰਹਿ ਰਹੇ ਆ, ਬਹੁਤ ਵੱਡੀ ਤਾਦਾਦ ਦੇ ਵਿੱਚ ਇਕੱਲੇ ਰਹਿ ਰਹੇ ਆ ਜੀ। ਜ਼ਿਆਦਾਤਰ ਜਿਹੜੇ ਹੈਗੇ ਆ, ਚਲੋ ਆਪਾਂ ਇਸ ਦੇ ਵਿੱਚ ਬਹਿਸ ਕਰਨ ਦੀ ਕੋਈ ਲੋੜ ਨਹੀਂ ਆ। ਤੁਸੀਂ ਗੌਰਮੈਂਟ ਨੂੰ ਹੋਰ ਕੁਝ ਨਹੀਂ। ਅੱਛਾ, ਤੁਹਾਡਾ ਨਾਮ ਵੀਰੇ? ਤੁਹਾਡਾ ਨਾਮ ਜੀ? ਮੇਰਾ ਨਾਮ ਪਤਾ ਕਰਕੇ ਕਰਨਾ। ਇਹ ਤੇ ਇਨ ਜਨਰਲ ਮੈਂ ਤੁਹਾਨੂੰ ਫੋਨ ਕੀਤਾ ਹੈਗਾ ਕਿ ਜਿਹੜੇ ਸੀਨੀਅਰ ਸਿਟੀਜ਼ਨ। ਪਹਿਲੀ ਗੱਲ ਤਾਂ ਸਰ ਆਪਾਂ ਰਿਸਪੈਕਟਫੁਲ ਗੱਲ ਕਰ ਰਹੇ, ਤੁਹਾਨੂੰ ਖਿਜਣ ਦੀ ਲੋੜ ਨਹੀਂ ਆ। ਜਾਂਦੀਆਂ ਉਹ ਘੱਟ ਨੇ। ਨਹੀਂ ਤੁਸੀਂ ਮੇਰੀ ਗੱਲ ਸੁਣੋ। ਨਹੀਂ, ਗੌਰਮੈਂਟ ਨੂੰ ਹੋਰ ਨਾ ਲੁੱਟੋ। ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ ਤੁਹਾਡੇ ਵਿਚਾਰ ਆਉਣ ਦੀ। ਨਹੀਂ, ਇਹਨਾਂ ਦਾ ਵੀ ਵੈਲਕਮ ਹੈ। ਹਰ ਤਰ੍ਹਾਂ ਦਾ ਜਿਹੜਾ ਵਿਚਾਰ ਆ ਉਹ ਵੈਲਕਮ ਆ। ਨੋ ਇਟਸ ਵੈਲਕਮ ਜੀ, ਬਸ ਰਿਸਪੈਕਟਫੁਲੀ ਦਾ ਗੱਲ ਕਰ ਰਹੇ ਸੀ। ਪਰ ਐਨੀਵੇਜ਼ ਚਲੋ, ਉਹਨਾਂ ਦੇ ਆਪ ਦੇ ਉਹ ਵੀ ਟੈਕਸ ਪੇਅਰ ਨੇ ਜੀ, ਹੱਕ ਬਣਦਾ ਬੋਲਣ ਦਾ। ਦੇਖੋ ਇਸ ਤਰ੍ਹਾਂ ਜੀ ਵੀ ਹੁਣ ਹਰ ਤਰ੍ਹਾਂ ਦਾ ਜਿਹੜਾ ਵਿਚਾਰ ਆ ਨਾ ਉਹ ਪ੍ਰਸ਼ਾਸਨ ਨੂੰ, ਐਡਮਿਨਿਸਟ੍ਰੇਸ਼ਨ ਨੂੰ, ਮੀਡੀਆ ਨੂੰ ਵੀ ਸੁਣਨ ਲਈ ਮਤਲਬ ਆਪਾਂ ਸਦਾ ਹੀ ਵੈਲਕਮ ਕਹਿੰਦੇ ਆ। ਕਿਉਂਕਿ ਹੁਣ ਸਾਨੂੰ ਨਹੀਂ ਗੱਲ ਚੰਗੀ ਲੱਗੀ, ਪ੍ਰਾਈਮ ਮਿਨਿਸਟਰ ਜਾਂ ਸਾਡੀ ਜਿਹੜੀ ਦੇਸ਼ ਦੀ ਸਰਕਾਰ ਆ ਉਹ ਕਹਿੰਦੀ ਵੀ ਇਹ ਡੈਮੋਨਸਟ੍ਰੇਸ਼ਨ ਬਹੁਤ ਥੋੜੀ ਗਿਣਤੀ 'ਚ ਆ, ਅਸੀਂ ਇਸ ਕਰਕੇ ਇਹਨਾਂ ਦੀ ਗੱਲ ਹੀ ਸੁਣਨ ਦੀ ਲੋੜ ਨਹੀਂ, ਇਹਨਾਂ ਗੱਲ ਹੀ ਕਰਨ ਦੀ ਲੋੜ ਨਹੀਂ। ਡੈਮੋਕ੍ਰੇਸੀ ਦੇ ਵਿੱਚ ਹਰ ਭੈਣ ਭਰਾ ਦੀ ਓਪੀਨੀਅਨ ਵੈਲਕਮ ਕਰਨੀ ਚਾਹੀਦੀ ਹੈ। ਬਿਲਕੁਲ ਜੀ। ਵੀ ਤੂੰ ਜੋ ਵੀ ਭੈਣ ਭਰਾ ਕਹਿਣਾ ਚਾਹਨੀ ਆ ਵੈਲਕਮ ਤੂੰ ਕਹੇ, ਉਹਦੇ ਵਿੱਚ ਕੋਈ ਸਬਸਟੈਂਸ ਹੋਵਾਂਗੇ ਮੰਨਾਂਗੇ, ਨਹੀਂ ਤਾਂ ਠੀਕ ਹੈ ਤੁਹਾਡੀ ਐਟਲੀਸਟ ਗੱਲ ਤੇ ਸੁਣ ਲਈ ਨਾ। ਬਿਲਕੁਲ। ਸੋ ਅੜੀ ਨਾ ਜ਼ਿਦਾ ਨਾ ਅਸੀਂ ਜੀਵਨ 'ਚ ਮਸਲੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਵਧਾ ਲੈਂਦੇ ਆ ਤੇ ਦਹਾਕਿਆਂ ਤੱਕ ਕਲੇਸ਼, ਮਾਨਸਿਕਤਾ, ਡਿਪਰੈਸ਼ਨ ਬਣਾਈ ਰੱਖਦੇ ਆ। ਸੋ ਤਦ ਕਰਕੇ ਆ ਇਹਨਾਂ ਦਾ ਵੀ ਸਤਿਕਾਰ ਹੈ। ਪਰ ਦੱਸ ਦਈਏ ਕਿ ਜੇ ਆਪਾਂ ਲੌਜੀਕਲੀ ਸੋਚੀਏ ਵੀ ਘਰਾਂ ਦੇ ਵਿੱਚ ਜਿਹੜੇ ਸੀਨੀਅਰਸ ਆ ਜੀ ਉਹ ਪ੍ਰੋਪਰਟੀ ਓਨਰ ਨਹੀਂ ਗੇ, ਬੱਚਿਆਂ ਦੇ ਨਾਲ ਰਹਿੰਦੇ ਨੇ, ਅਪਾਰਟਮੈਂਟ ਬਿਲਡਿੰਗਸ ਦੇ ਵਿੱਚ ਰਹਿੰਦੇ ਨੇ। ਮਤਲਬ ਬਹੁਤ ਥੋੜੇ ਸੀਨੀਅਰਸ ਹੋਣਗੇ ਜਿਹੜੇ ਪ੍ਰੋਪਰਟੀ ਓਨਰਸ ਵੀ ਆ ਤੇ ਜਾਣੀ ਕਿ ਵੀ ਉਹ ਇਕੱਲੇ ਵੀ ਰਹਿੰਦੇ ਆ ਬਰੈਂਪਟਨ ਸਿਟੀ 'ਚ। ਤਾਂ ਇਹ ਤਾਂ ਹੋਰ ਵੀ ਵਧੀਆ ਗੱਲ ਆ ਵੀ ਬਰੈਂਪਟਨ ਦੀ ਸਰਕਾਰ ਤੇ ਤਾਂ ਬਹੁਤ ਘੱਟ ਬੋਝ ਪਊਗਾ। ਜਾਂ ਤੇ ਹੋਵੇ ਨਾ ਵੀ ਉਹ ਲੱਖਾਂ ਦੀ ਗਿਣਤੀ 'ਚ ਆ ਜੀ ਵੀ ਬਹੁਤ ਜ਼ਿਆਦਾ ਪੈਸਾ ਘੱਟ ਜਾਣਾ ਖਜ਼ਾਨੇ 'ਚੋਂ। ਰਾਈਟ। ਵੀ ਉਦਾਂ ਮਤਲਬ ਵੇਸਟ ਮਨੀ ਘੱਟ ਹੁੰਦਾ। ਤੇ ਜੇ ਉਹ ਹੋਰ ਵੀ ਜਾਣੀ ਔਲਾਦਾਂ ਨਾਲ ਰਹਿੰਦੇ ਆ, ਐਲੀਜੀਬਲ ਨਹੀਂ ਹੈਗੇ, ਉਹ ਅਪਾਰਟਮੈਂਟ ਬਿਲਡਿੰਗ 'ਚ ਰਹਿੰਦੇ ਆ, ਉਹ ਤਾਂ ਠੀਕ ਆ, ਆਪੋ ਆਪਣਾ ਜੀਵਨ ਆ, ਰਿਟਾਇਰਮੈਂਟ ਹੋਮਸ 'ਚ ਰਹਿੰਦੇ ਆ ਜੀ। ਪਰ ਹਰ ਸੀਨੀਅਰ ਦੀ, ਜਿੱਦਾਂ ਕਿ ਹਰ ਇਸ ਕੰਟਰੀ ਦੇ ਰੈਜ਼ੀਡੈਂਟ ਦੀ ਆਪਣੀ ਫਰੀडम ਆ, ਉਹਨੇ ਚੂਜ਼ ਕਰਨਾ ਮੈਂ ਕਿੱਦਾਂ ਦੇ ਕਿੱਥੇ ਰਹਿਣਾ। ਰਾਈਟ। ਜੇ ਉਹ ਪ੍ਰੋਪਰਟੀ ਓਨਰ ਹੈ ਸਾਡਾ ਕੋਈ ਸੀਨੀਅਰ, ਫਿਜ਼ੀਕਲੀ ਚੈਲੰਜਡ ਹੈ, ਉਹਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਜੇ ਉਹਨੂੰ ਕੋਈ ਮੁਸ਼ਕਿਲ ਹੈਗੀ ਆ, ਉਹਨੂੰ ਹੱਲ ਕਰਨ ਲਈ ਸਿਟੀ $200-300 ਤਾਂ ਆਲਰੇਡੀ ਦੇ ਰਿਹਾ। ਕੋਈ ਨਵੀਂ ਗ੍ਰਾਂਟ ਦੀ ਗੱਲ ਨਹੀਂ ਹੋ ਰਹੀ, ਗੱਲ ਹੋ ਰਹੀ ਆ ਵੀ ਮਹਿੰਗਣਾ ਪਾ ਕੇ ਦੇਣ ਦੀ ਲੋੜ ਨਹੀਂ। ਇਹਨੇ ਉਹਨਾਂ ਤੇ ਡਿਪੈਂਡਿੰਗ ਹੈ ਕਿ ਜੋ ਪੇਪਰ ਵਰਕ ਕਰਨਾ ਚਾਹੁੰਦੇ, ਇਹ ਨਹੀਂ ਕਿ ਉਹ ਦੇ ਰਹੇ ਆ, ਤੁਸੀਂ ਅਪਲਾਈ ਕਰੋ ਤਾਂ ਮਿਲੂਗਾ ਜਾ ਕੇ, ਤਾਂ ਮਿਲੂਗਾ। ਉਹਦਾ ਇੱਕ ਪ੍ਰੋਸੈਸ ਆ। ਸਾਡੇ ਸੀਨੀਅਰਸ ਕੋਲ ਓਨੀ ਕੰਪੀਟੈਂਸੀ ਨਹੀਂ ਹੈਗੀ ਵੀ ਉਹ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਸਕਣ। ਉਹਨਾਂ ਦੀ ਜ਼ਿੰਦਗੀ 'ਚ ਆਪਣੀਆਂ ਆਲਰੇਡੀ ਬਹੁਤ ਸਟਰਗਲਸ ਹੈਗੀਆਂ ਚੱਲ ਰਹੀਆਂ ਨੇ ਜੀ। ਕੋਈ ਗੱਲ ਨਹੀਂ, ਆਪਾਂ ਸਾਰਿਆਂ ਨੇ ਸੀਨੀਅਰਸ ਹੋ ਜਾਣਾ ਨਾ, ਫਿਰ ਪਤਾ ਲੱਗਣ ਲੱਗ ਜੂਗਾ ਵੀ ਇਹ ਬੋਝ ਕਿੱਦਾਂ ਹੁੰਦੇ ਆ। ਬਿਲਕੁਲ ਪਤਾ ਲੱਗਣ ਲੱਗ ਜੂਗਾ $2000 ਦੇ ਵਿੱਚ ਮਹੀਨਾ ਕਿੱਦਾਂ ਜੀਵੀ ਦਾ, ਪੈਨਸ਼ਨ ਉਹਨਾਂ ਨੂੰ ਜੇ ਮਿਲਦੀ ਵੀ ਆ ਤੇ ਪਤਾ ਲੱਗ ਜੂਗਾ। ਸੋ ਇਸ ਕਰਕੇ ਆਓ ਉਹਨਾਂ ਦੇ ਦੁੱਖ ਦਰਦ, ਉਹਨਾਂ ਦੇ ਸਮਝੀਏ ਵੀ ਮੁਸ਼ਕਲਾਂ ਕੀ ਹੈਗੀਆਂ, ਉਹਨਾਂ ਦੀ ਗੱਲ ਸੁਣੀਏ। ਏਦਾਂ ਰਿਜੈਕਟ ਨਿਗਲੈਕਟ ਨਾ ਕਰੀਏ। ਸੀਜ਼ਨ ਦੇ ਵਿੱਚ ਜੇ $200 ਮਿਲ ਗਿਆ ਉਹਨਾਂ ਨੂੰ, ਮਤਲਬ 2000 ਦੀ ਬਜਾਏ ਇੱਕ ਮਹੀਨਾ ਉਹਨਾਂ ਦੇ 2200 ਹੋ ਗਿਆ, ਤੇ ਕਿੰਨਾ ਕੁ ਖਜ਼ਾਨੇ ਦਾ ਕਲਗਾ ਲੈ ਸਕਦਾ। ਦੂਸਰੇ ਪਾਸੇ ਪ੍ਰੋਪਰਟੀ ਟੈਕਸ ਦਿੰਦੇ ਹੋਣਗੇ ਤੇ ਤਾਂ ਹੀ ਐਲੀਜੀਬਲ ਹੋ ਸਕਦੇ ਆ ਨਾ। ਕਿਸੇ ਕੋਲੋਂ ਵੀ ਉਹਨਾਂ ਨੇ ਕੁਝ ਨਹੀਂ ਲੈਣਾ। ਸਿਟੀ ਦਾ 200-300 ਆਲਰੇਡੀ ਗ੍ਰਾਂਟ ਉਹਨਾਂ ਨੇ ਰੱਖੀ ਹੋਈ ਹੈ। ਜੇ ਕੋਈ ਐਲੀਜੀਬਲ ਆ ਤੇ ਲੈ ਜਾਵੇ, ਓਕੇ। ਗੱਲ ਤੇ ਇਹ ਹੋ ਰਹੀ ਵੀ ਉਹ ਸ਼ਰਤਾਂ ਨਰਮ ਕੀਤੀਆਂ ਜਾਣ। ਦਿੱਤੇ ਮਿਲਣੇ ਤੇ ਉਹਨੂੰ ਹੀ ਆ ਜਿਹੜਾ ਆਲਰੇਡੀ ਪ੍ਰੋਪਰਟੀ ਟੈਕਸ ਦੇ ਰਿਹਾ। ਪਰ ਜੇ ਸਾਲ ਦਾ ਉਹਦੇ ਕੋਲ 200 ਘੱਟ ਲੈ ਲਿਆ ਸੀਨੀਅਰ ਕੋਲੋਂ ਤਰਸ ਕਰਕੇ, ਮਨੁੱਖੀ ਆਧਾਰ ਤੇ, ਕੋਈ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਤੇ, ਇਹਦੇ ਨਾਲ ਕੋਈ ਬਹੁਤਾ ਵੱਡਾ ਫਰਕ ਨਹੀਂ ਪਏਗਾ, ਤੁਸੀਂ ਦੇਖਿਓ।
ਸੋ ਇਸ ਕਰਕੇ ਆਪਾਂ ਨੂੰ ਇੰਨਾ ਪਰੇਸ਼ਾਨ ਹੋਣ ਦੀ ਲੋੜ ਕੋਈ ਨਹੀਂ ਤੇ ਸੀਨੀਅਰਸ ਨੂੰ ਕੁਝ ਵੱਧ ਚੱਲਿਆ ਸਾਡੇ ਸਾਰਿਆਂ ਦੇ ਸਤਿਕਾਰਯੋਗ ਨੇ, ਵੱਡੇ ਨੇ ਜੀ। ਹੋਰ ਵੀ ਕੋਈ ਥੋੜਾ ਬਹੁਤਾ ਜ਼ਿੰਦਗੀ 'ਚ ਪੇਰੈਂਟਸ ਨੇ ਸਾਨੂੰ ਜੇ ਜੰਮ ਕੇ ਵੱਡੇ ਕਰਕੇ ਮਤਲਬ ਇੰਨੇ ਪੈਰਾਂ ਤੇ ਕਰਤਾ ਉਹ ਤੇ ਭਾਵੇਂ ਸਾਰਾ ਹੀ ਲੈ ਜਾਣ। ਸੋ ਇਸ ਕਰਕੇ ਦਿਲ ਹਿਰਦਾ ਵੱਡਾ ਕਰੀਏ, ਸੰਕੀਰਨ ਹੋ ਕੇ ਜ਼ਿੰਦਗੀ 'ਚ ਅਸੀਂ ਕੋਈ ਬਹੁਤ ਵੱਡਾ ਨਹੀਂ ਦੂਰ ਤੱਕ ਪਹੁੰਚ ਜਾਈਦਾ ਹੁੰਦਾ, ਸਤਿਕਾਰ ਕਰੀਏ ਸੀਨੀਅਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ। ਜੌਲ ਸਾਹਿਬ, ਮੇਰਾ ਨਾਂ ਤਾਂ ਕੈਪਟਨ ਇਕਬਾਲ ਸਿੰਘ ਆ। ਮੈਨੂੰ ਕੋਈ ਡਰ ਨਹੀਂ ਨਾਂ ਦੱਸਣ, ਜਦੋਂ ਮੈਂ ਨਾਂ ਦੱਸੋ ਤੋਂ ਡਰੂ ਤੇ ਫਿਰ ਮੈਨੂੰ ਏਅਰ ਤੇ ਆਉਣਾ ਨਹੀਂ ਚਾਹੀਦਾ ਨਾ। ਇਹ ਮਕਾਨ ਆ ਨਾ ਜਿਹੜਾ ਮੇਰੇ ਨਾਂ ਤੇ ਹੈਗਾ, ਮੈਂ ਤਾਂ ਚੰਗਾ ਕਹਿੰਦਾ ਜਿਹੜੇ ਬਜ਼ੁਰਗ ਵਿਚਾਰੇ ਰਹਿੰਦੇ ਉਹਨਾਂ ਨੂੰ ਦੇਣਾ ਚਾਹੀਦਾ। ਐਪਲੀਕੇਸ਼ਨ ਮੇਰੀ ਲਿਖੀ ਪਈ ਹੈ ਬਜ਼ੁਰਗਾਂ ਵਾਸਤੇ, ਮੈਂ ਤੁਹਾਨੂੰ ਹੁਣੇ ਮੈਂ ਤੁਹਾਡੇ ਪਾ ਦੂੰਗਾ ਵਟਸਐਪ ਤੇ। ਇੱਥੇ ਨਾ ਸਾਡੇ ਸੀਨੀਅਰ ਦੀ 32 ਹੈ ਜਥੇਬੰਦੀਆਂ, ਮੇਰੇ ਜੈਸੇ ਬੰਦੇ ਨੂੰ ਤਾਂ ਕਹਿੰਦੇ ਤੂੰ ਵੜ ਕਿਵੇਂ ਗਿਆ ਇੱਥੇ, ਤੂੰ ਕੌਣ ਹੁੰਦਾ ਮਤੇ ਪਾਸ ਦੇਣਾ। ਅੱਛਾ, ਮਤਾ ਪਾਸ ਕਰਾਤਾ ਅਸੀਂ ਜੀ $500 ਹਰ 65 ਸਾਲ ਵਾਲੇ ਨੂੰ ਮਿਲਣਾ ਚਾਹੀਦਾ ਜਦੋਂ ਆਉਂਦਾ। ਇਹ ਪਰਮਜੀਤ ਵੜਿੰਗ ਨੇ ਪਾਇਆ ਸੀ ਤੇ ਅਸੀਂ ਉਹ $500 ਉਦੋਂ ਅਸੀਂ ਉਹ ਵਾਪਸ ਲੈ ਲੈਣ ਜਦੋਂ ਪੈਨਸ਼ਨ। ਮੈਂ ਉੱਠ ਕੇ ਕਹਿ ਪਰਮਜੀਤ ਜੇ ਬਜ਼ੁਰਗ 50 ਸਾਲਾਂ ਬਾਅਦ ਉਹ ਮਰ ਗਿਆ ਫਿਰ ਪੈਸੇ ਤੂੰ ਦੇਏਗਾ, ਦੱਸੋ ਮੇਰੇ ਜੈਸੇ ਨੂੰ ਉੱਥੇ ਕਿਵੇਂ ਵੜਨ ਦੇਣਾ ਉਹਨਾਂ ਨੇ? ਇਹ ਦਿਓ ਮੇਰੇ ਸਵਾਲ ਦਾ ਜਵਾਬ। ਮਿਹਰਬਾਨੀ ਕੈਪਟਨ ਸਾਹਿਬ, ਤੁਸੀਂ ਸਾਡੀ ਬਹੁਤ ਸਤਿਕਾਰਯੋਗ ਆ ਕਿਉਂਕਿ ਵੱਡੇ ਆ, ਸਾਡੇ ਕੋਲੋਂ ਵੱਡਿਆਂ ਦਾ ਸਦਾ ਹੀ ਅਸੀਂ ਤੁਹਾਡੀ ਮਿਹਰਬਾਨੀ ਹੈ। ਪਰ ਦੂਸਰੇ ਕਿਉਂਕਿ ਸਰਦਾਰ ਪਰਮਜੀਤ ਸਿੰਘ ਜੀ ਵੜਿੰਗ ਵੀ ਬੜੇ ਸਤਿਕਾਰਯੋਗ ਨੇ, ਪ੍ਰੈਜ਼ੀਡੈਂਟ ਨੇ ਕਲੱਬ ਦੇ, ਤੇ ਉਹ ਜਦੋਂ ਹੁਣ ਪ੍ਰੋਗਰਾਮ 'ਚ ਸ਼ਾਮਲ ਨਹੀਂ ਤੇ ਫਿਰ ਅਸੀਂ ਉਹਨਾਂ ਦੇ ਬਿਹਾਫ ਨਹੀਂ ਬੋਲ ਸਕਦੇ ਜੀ। ਸੋ ਵੀ ਵੋਂਟ ਆਨਸਰ ਦਿਸ ਕੁਐਸਚਨ ਐਟ ਆਲ। ਜੇ ਉਹ ਦੂਸਰੀ ਧਿਰ ਆ ਜੂਗੀ ਤਾਂ ਆਪਾਂ ਉਹਨਾਂ ਤੋਂ ਆਨਸਰ ਲੈ ਲਾਂਗੇ, ਫਿਰ ਤੁਸੀਂ ਦੋਨਾਂ 'ਚ ਆਪਸ ਦੇ ਵਿੱਚ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਸਿੰਪਲ ਜੀ। ਸਾਨੂੰ ਤੁਹਾਡੇ ਇਸ਼ੂ ਦੀ ਐਕਚੁਅਲੀ ਨੌਲੇਜ ਵੀ ਹੈ ਨਹੀਂ ਵੀ ਹੈ। ਯੈਸ ਐਂਡ ਇੱਕ ਤਰਫਾ ਸੁਣਨਾ ਰੰਗਲਾ ਪੰਜਾਬੀ ਫਿਤਰਤ ਨਹੀਂ ਹੈ ਜੀ। ਤੁਸੀਂ ਦੋਨੋਂ ਪਾਰਟੀਜ਼ ਆਓ ਤੇ ਫਿਰ ਆਪਾਂ ਗੱਲ ਕਰ ਲਾਂਗੇ। ਐਨੀਵੇਜ਼ ਇੱਥੇ ਤਾਂ ਨੈਕਸਟ ਕਾਲ ਆਉਂਦੀ ਹੈ। ਜੋਲ ਸਾਹਿਬ that was just a waste। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੋਲ ਸਾਹਿਬ, ਚਾਵਲਾ ਸਾਹਿਬ, ਦੋਨਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚਾਵਲਾ ਸਾਹਿਬ, ਜੋਲ ਸਾਹਿਬ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਜਿਹੜੀ ਸੀਨੀਅਰ ਦੀ ਆ। ਮੈਂ ਹੁਣ ਪਿਛਲੇ ਸਾਲ 65 ਸਾਲ ਦਾ ਹੋਇਆ। ਉਹ ਮੇਰੀ ਪਹਿਲਾਂ ਇਨਕਮ ਆਲਮੋਸਟ 80 ਤੋਂ 100,000 ਸੀਗੀ, ਹੁਣ ਉਹ ਸਿਰਫ $1,500 ਮਹੀਨੇ ਦੀ ਰਹਿ ਗਈ ਆ। ਤਾਂ ਉਹ ਜਦੋਂ ਸੀਨੀਅਰ ਬੰਦਾ ਹੁੰਦਾ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਇੱਕਦਮ ਅਸਮਾਨ ਤੋਂ ਥੱਲੇ ਕਿੱਦਾਂ ਬੰਦਾ ਡਿੱਗ ਜਾਂਦਾ ਆ। ਤਾਂ ਜਿਹੜੇ ਬੱਚਿਆਂ ਦੀ ਗੱਲ ਰਹੀ ਹੈ, ਜੇ ਬੱਚੇ ਨਾਲ ਵੀ ਰਹਿੰਦੇ ਆ, ਇੰਡੀਅਨ ਮਾਂ ਪਿਓ ਬੱਚਿਆਂ ਤੋਂ ਨਹੀਂ ਲੈਂਦੇ, ਉਹਨਾਂ ਨੂੰ ਇਹੀ ਬਹੁਤ ਖੁਸ਼ੀ ਹੁੰਦੀ ਆ ਸਾਡੇ ਨਾਲ ਹੀ ਰਹਿ ਲਓ ਤਾਂ ਠੀਕ ਆ। ਮੈਂ ਅੱਜ ਤਾਈਂ ਆਪਣੇ ਬੱਚਿਆਂ ਤੋਂ ਕਦੀ ਵੀ ਇੱਕ ਨਵਾਂ ਪੈਸਾ ਨਹੀਂ ਲਿਆ, ਹਾਲਾਂਕਿ ਮੇਰੇ ਬੱਚੇ 2 ਚੰਗੀ ਜੌਬ ਕਰਦੇ, ਫਸਟ ਕਲਾਸ ਆ ਇੱਥੇ, ਕਿਉਂ ਮੈਂ ਵੀ 85 ਦਾ ਇੱਥੇ ਆਇਆ ਆ ਜੀ। ਉਹ ਇਸ ਕਰਕੇ ਕਈ ਵਾਰੀ ਕਹਿ ਦੇਣਾ ਤਾਂ ਬੜਾ ਚੰਗਾ ਆ, ਪਰ ਜਦੋਂ ਬੰਦੇ ਤੇ ਪੈਂਦੀ ਆ ਤਾਂ ਫਿਰ ਬੰਦੇ ਨੂੰ ਪਤਾ ਲੱਗਦਾ। ਬਿਲਕੁਲ ਸਹੀ ਕਿਹਾ ਵੀਰ, ਥੈਂਕ ਯੂ ਸੋ ਮਚ ਵੀਰ, ਥੈਂਕ ਯੂ ਜੀ। ਆਲਰਾਈਟ, ਜੋਲ ਸਾਹਿਬ ਬਿਲਕੁਲ ਸਹੀ ਗੱਲ ਕੀ ਤੁਸੀਂ। ਆਪਾਂ ਬੇਸਿਕਲੀ ਤੁਹਾਡੀ ਗੱਲਾਂ ਦੇ ਵਿੱਚ ਸਮ ਅਪ ਆਪਾਂ ਕਰ ਚੁੱਕੇ ਸੀ। ਸੋ ਅਗਲੀ ਖਬਰ ਵੱਲ ਅਸੀਂ ਵਧਦੇ ਹਾਂ। ਜੋਲ ਸਾਹਿਬ, ਇਮੀਗ੍ਰੇਸ਼ਨ ਫਰਾਡ ਵੱਡੀ ਤਾਦਾਦ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਕਿ ਹੋ ਰਿਹਾ, ਪਰੰਤੂ ਸਾਡੇ ਖੂਨਾਂ ਦੇ ਵਿੱਚ, ਸਾਡੀ ਹੱਡੀਆਂ ਦੇ ਵਿੱਚ ਨਾ ਵਸ ਚੁੱਕਿਆ ਜੀ ਜੇ ਫਰਾਡ ਕਰਨਾ ਇਮੀਗ੍ਰੇਸ਼ਨ ਦੇ ਵਿੱਚ। ਬਸ ਇਸ ਤਰ੍ਹਾਂ ਵੀ ਇਹ ਪ੍ਰੋਗਰਾਮਾਂ ਦੇ ਵਿੱਚ ਆਪਾਂ ਬਹੁਤ ਵਾਰ ਇਹ ਗੱਲ ਕਰ ਚੁੱਕੇ ਹਾਂ ਇਸ ਗੱਲ ਨੂੰ, ਕਿਉਂਕਿ ਇਹ ਅਟੱਲ ਸੱਚਾਈ ਆ, ਕੋਈ ਡਿਨਾਈ ਨਹੀਂ ਕਰ ਸਕਦੇ। ਤੇ ਇਹ ਸੁਪਨਿਆਂ ਦੇ ਦੇਸ਼ਾਂ ਦੇ ਖਾਸ ਤੌਰ ਤੇ ਜਾਂ ਕਿਤੇ ਵੀ ਜਾਣਾ ਹੋਵੇ ਤੇ ਜਾਣੀ ਕਿ ਵੀਜ਼ਾ ਤੇ ਇਮੀਗ੍ਰੇਸ਼ਨ ਦਾ ਫਰਾਡ, ਕਾਗਜ਼ਾਂ 'ਚ ਹੇਰਾ ਫੇਰੀ, ਝੂਠੇ ਨਕਲੀ ਕਾਗਜ਼ ਲਾਉਣੇ, ਇਹ ਸਾਡੇ ਕਲਚਰ ਸੱਭਿਆਚਾਰ ਦਾ ਹਿੱਸਾ ਹੀ ਬਣਿਆ ਹੋਇਆ, ਪੀੜ੍ਹੀ ਦਰ ਪੀੜ੍ਹੀ ਕਹਿ ਲਓ ਵੀ ਖੂਨ ਵਿੱਚ ਰਚਿਆ ਹੋਇਆ। ਜਿਸ ਤਰ੍ਹਾਂ ਤੁਸੀਂ ਕਿਹਾ ਸਾਡੇ ਹੱਡਾਂ ਵਿੱਚ ਰਚਿਆ ਹੋਇਆ, ਪੀੜ੍ਹੀ ਦਰ ਪੀੜ੍ਹੀ ਇਹ ਟਰਾਂਸਫਰ ਹੋ ਰਿਹਾ ਫਰਾਡ। ਤੇ ਗਲਤ ਵਿਅਕਤੀ ਸਾਡੇ ਸਮਾਜ ਵਿੱਚ, ਸਾਡੇ ਸੱਭਿਆਚਾਰ 'ਚ ਉਹ ਆ ਜਿਹੜਾ ਸਾਨੂੰ ਇਹ ਕਰਨ 'ਚ ਸਹਿਯੋਗ ਨਾ ਕਰੇ ਤੇ ਸਾਨੂੰ ਰੋਕੇ। ਰਾਈਟ। ਉਹ ਲੱਗਦਾ ਵੀ ਇਹ ਨਹੀਂ ਚਾਹੁੰਦਾ, ਇਹ ਨਹੀਂ ਚਾਹੁੰਦੀ ਵੀ ਮੈਂ ਵੀ ਕਿਤੇ ਚਲੇ ਜਾਵਾਂ, ਮੇਰਾ ਵੀ ਕੋਈ ਬੈਟਰ ਫਿਊਚਰ ਹੋ ਜੇ। ਹੁਣ ਇਹਦੇ ਵਿੱਚ ਮਜਬੂਰੀਆਂ ਦੀ ਮੁੰਗਲੀ ਤਾਂ ਹੋਊਗੀ, ਮਜਬੂਰੀਆਂ ਦੀ ਮੁੰਗਲੀ ਤਾਂ ਆਪਾਂ ਫੱਟ ਕੱਢ ਲੈਂਦੇ ਹਾਂ ਨਾ। ਜੋ ਵੀ ਆਪਾਂ ਜ਼ਿੰਦਗੀ 'ਚ ਹੇਰਾ ਫੇਰੀਆਂ, ਜੋ ਵੀ ਅਸੀਂ ਗਲਤ ਕੰਮ ਕਰਨੇ ਆ, ਮਜਬੂਰੀ ਸੀ। ਹੁਣ LMIA ਵੇਚਣ ਵਾਲੇ ਲੋਕਾਂ ਦੀ ਆਪਣੀ ਮਜਬੂਰੀ ਹੈ, ਪਤਾ ਨਹੀਂ ਕੀ ਹੈ। ਜੋਬ ਆ ਜਿਹੜੇ ਲੈਟਰ ਵਿਕਦੇ ਆ ਇਮੀਗ੍ਰੇਸ਼ਨ ਲੋੜਵੰਦਾਂ ਨੂੰ, ਉਹਨਾਂ ਦੀ ਕੋਈ ਆਪਣੀ ਮਜਬੂਰੀ ਹੈ, ਪਤਾ ਨਹੀਂ ਕੀ ਹੈ। ਹੁਣ ਜਿਹੜੇ $9 ਲੈ ਲਓ 14 ਦੀ ਜਗ੍ਹਾ ਤੇ, ਉਹਨਾਂ ਦੀ ਆਪਣੀ ਮਜਬੂਰੀ ਹੈ, ਪਤਾ ਨਹੀਂ ਕੀ ਹੈ। ਵੀ ਜਾਣੀ $9 ਲੈ ਲਓ, ਮੁੜ ਕੇ ਇੰਨੀ ਇਗਨੋਰੈਂਸ, ਅਖੜਤਾ ਵੀ ਐਗਰੀ ਹੋਇਆ ਸੀ ਜੀ, ਵਰਕਰ ਐਗਰੀ ਹੋਈ ਸੀ ਜੀ, ਐਗਰੀ ਤੇ ਕੋਈ ਹੁਣ ਵਰਕਰ ਆ ਵਿਚਾਰਾ ਜਿਹਨੂੰ ਲੋੜ ਆ ਉਹ ਤਾਂ $1 ਤੇ ਵੀ ਹੋ ਜਾਊਗਾ ਤੇ ਤੁਸੀਂ 1 ਦੇਣ ਲੱਗ ਪਓਗੇ।
ਸੋ ਤਦ ਕਰਕੇ ਆ ਗਵਰਨਮੈਂਟ ਦਾ ਰੂਲ ਇਹ ਆ ਵੀ ਤੁਸੀਂ ਮਿਨੀਮਮ ਵੇਜ ਤੋਂ ਥੱਲੇ ਐਗਰੀ ਨਹੀਂ ਹੋ ਸਕਦੇ, ਉੱਪਰ ਜਿੱਥੇ ਮਰਜ਼ੀ ਹੋ ਜਾਓ। ਰੂਲ ਤਾਂ ਇਹ ਹੈ। ਕਹਿਣ ਦਾ ਮਤਲਬ ਇਹ ਆ ਵੀ ਇਹ ਇਮੀਗ੍ਰੇਸ਼ਨ ਵਾਸਤੇ ਚਿੱਠੀਆਂ, LMIਆਂ, ਜੌਬ ਲੈਟਰਾਂ ਕੈਨੇਡਾ ਵਿੱਚ ਵਿਕਦੀਆਂ ਹੋਣ ਜਾਂ ਪੰਜਾਬ ਵਿੱਚ ਵਿਕਦੀਆਂ ਹੋਣ, ਅਸੀਂ ਇੰਨਾ ਹੀ ਸ਼ੁਕਰ ਕਰਦੇ ਹਾਂ ਵੀ ਸਾਨੂੰ ਮਿਲ ਗਈ ਆ ਪੈਸੇ ਦੇ ਕੇ। ਤੇ ਅਸੀਂ ਉਹ ਧੰਦਾ ਬੰਦ ਹੋਇਆ ਦੇਖਣਾ ਨਹੀਂ ਚਾਹੁੰਦੇ ਵੀ ਸਾਡੇ ਲੋਕ ਤਾਂ ਪੱਕੇ ਹੋ ਹੀ ਰਹੇ ਆ। ਸਾਡੀ ਜੰਗ ਇਹ ਨਹੀਂ ਰਹੀ ਵੀ ਲੋਕ ਪੱਕੇ ਨਾ ਹੋਣ, ਇਹ ਰਹੀ ਆ ਵੀ ਜੇ ਕਿਸੇ ਵਿੱਚ ਦਮ ਕੁਦਰਤ ਪਰਮਾਤਮਾ ਅਕਾਲ ਪੁਰਖ ਨੇ ਦੇ ਦਿੱਤਾ ਵੀ ਤੂੰ LMIA ਦੇ ਸਕਦਾ, ਦੇ ਸਕਦੀ ਹੈ, ਉਹ ਤੂੰ ਜੌਬ ਲੈਟਰ ਦੇ ਸਕਦਾ ਹੈ, ਉਹ ਤੂੰ ਵਰਕਰ ਰੱਖ ਸਕਦੀ ਹੈ, ਤੇ ਫਿਰ ਮੁਫਤ ਦੇ ਨਾ ਜੋ ਕਾਨੂੰਨ ਕਹਿੰਦਾ, ਕਿਉਂਕਿ ਅਸੀਂ ਵੇਚਦੇ ਉਹ ਚੀਜ਼ਾਂ ਜੋ ਸਾਡੀ ਹੋਵੇ। LMIA ਪ੍ਰਾਪਰਟੀ ਗਵਰਨਮੈਂਟ ਆਫ ਕੈਨੇਡਾ ਦੀ ਹੈ। ਜੌਬ ਲੈਟਰ ਕਿਸੇ ਨੂੰ 2 ਅੱਖਰ ਇੱਕ ਕਾਗਜ਼ ਤੇ ਲਿਖ ਵੀ ਦਿੱਤੇ ਤੇ ਕਿੰਨਾ ਖਰਚਾ ਆ ਗਿਆ। ਸੋ ਤਦ ਕਰਕੇ ਭੈਣ ਭਰਾਵਾਂ ਨੂੰ, ਲੋੜਵੰਦਾਂ ਨੂੰ ਲੁੱਟਣ ਦੇ ਵਿਰੁੱਧ ਜੰਗ ਹੈ। ਭਾਵੇਂ ਉਹ ਫਤਿਹਗੜ੍ਹ ਸਾਹਿਬ ਦੇ ਲਾਗੇ ਮੁੱਖ ਦਫ਼ਤਰ ਬਣਾ ਕੇ ਅਸੀਂ ਲੁੱਟ ਰਹੇ ਹੋਈਏ, ਅਸਲੀ ਚਿੱਠੀਆਂ ਦੀ ਕੀਮਤ 50,000 ਰੁਪਇਆ ਘੱਟੋ ਘੱਟ ਮਿਥ ਲਈਏ, ਉਹਦਾ ਵਿਸਥਾਰ ਵੀ ਐਨ ਧੜੱਲੇ ਨਾਲ ਦੱਸ ਕੇ ਜਾਈਏ। ਸੋ ਕਹਿਣ ਦਾ ਮਤਲਬ ਇਹ ਆ ਵੀ ਕੁਲਤਰਨ ਸਿੰਘ ਜੀ ਪਧਿਆਣਾ, ਭੁਪਿੰਦਰ ਸਿੰਘ ਜੀ ਖਮਾਣੋ, ਉਹਨਾਂ ਨੇ ਕੱਲ ਸਿਮਰਨਜੀਤ ਸਿੰਘ ਜੀ ਮਾਨ ਹੋਣਾ ਦੀ ਇੰਟਰਵਿਊ ਕੀਤੀ ਸੀ। ਉਹਦੇ ਵਿੱਚ ਵਿਸ਼ੇਸ਼ ਸਵਾਲ ਅਰਸ਼ ਇਹ ਸੀਗਾ ਵੀ ਤੁਸੀਂ ਜਿਹੜੀਆਂ ਚਿੱਠੀਆਂ ਦੇ ਰਹੇ ਹੋ ਲੰਬੇ ਸਮੇਂ ਤੋਂ ਸੰਗਤਾਂ ਨੂੰ, ਲੋੜਵੰਦ ਸਿੱਖਾਂ ਨੂੰ, ਅੱਜ ਐਲਾਨ ਕਰ ਦਿਓ ਵੀ ਮੈਂ ਚਿੱਠੀਆਂ ਉਹ ਮੁਫਤ ਦਿਆਂਗਾ। ਐਲਾਨ ਕਰ ਦਿਓ, ਕਿਉਂਕਿ ਗੱਲਾਂ ਜੋ ਚੱਲਦੀਆਂ ਵੀ ਤੁਹਾਡੀਆਂ ਚ ਨਕਲੀ ਬਣਾ ਕੇ ਲੋਕ ਵੇਚ ਰਹੇ ਆ। ਤੇ ਉਹਨਾਂ ਨੇ ਕਦੀ ਇਹ ਥੋੜ੍ਹਾ ਕਿਹਾ ਵੀ ਮੈਂ ਅਸਲੀ ਬਣਾ ਕੇ ਨਹੀਂ ਵੇਚ ਰਿਹਾ, ਮਤਲਬ ਉਹ ਆਪ ਮੰਨ ਕੇ ਗਏ, ਸਾਡੇ ਕੋਲ ਸਬੂਤ ਹੈ ਵੀ ਮੈਂ ਅਸੀਂ ਦਿਨ ਲੈਨੇ ਆ ਪੈਸੇ ਜੀ। ਅੱਛਾ, ਤੇ ਹੁਣ ਮਤਲਬ ਕਿ ਇੰਨਾ ਕੁ ਉਹ ਘਬਰਾਏ ਕਹਿ ਲਓ ਮਨ ਦੇ ਅੰਦਰ ਵੀ ਨਹੀਂ ਉਹ ਐਲਾਨ ਕਰ ਸਕੇ ਵੀ ਮੈਂ ਚਿੱਠੀਆਂ ਮੁਫਤ ਦਊਂਗਾ। ਇਸ ਗੱਲ ਦਾ ਵੀ ਸਾਡੇ ਕੋਲ ਸਬੂਤ ਆ। ਸੋ ਕਹਿਣ ਦਾ ਮਤਲਬ ਇਹ ਆ ਪਰ ਵੀ ਲੁੱਟਣ ਵਾਲਿਆਂ ਨੇ ਤੇ ਆਪਣਾ ਧੰਦਾ ਬਣਾਇਆ ਹੋਊ, ਪਰ ਲੁੱਟ ਵਾਲੇ ਵੀ ਨੋਟ ਬੋਰਿਆਂ 'ਚ ਨਹੀਂ ਝੋਲਿਆਂ 'ਚ ਪਾਈ ਫਿਰਦੇ ਤੇ ਫਿਰਦੀਆਂ ਵੀ ਸਾਨੂੰ ਲੁੱਟ ਲਓ ਤੇ ਦੇ ਦਿਓ ਪੇਪਰ ਬਸ। ਸੋ ਮੈਂ ਸਮਝਾਂਗਾ ਕਿ ਗੁਰੂ ਸਾਹਿਬ ਦੀ ਸਿੱਖਿਆ ਇਹ ਆ ਕਿ ਲੋੜਵੰਦ ਦੀ ਮੁਫਤ ਨਿਸ਼ਕਾਮ ਸੇਵਾ ਕਰਨੀ ਆ, ਉਹਦੀ ਮਦਦ ਕਰਨੀ ਆ ਜੇ ਕੋਈ ਕਰਨ ਦੀ ਤਾਕਤ ਹੈ ਤਾਂ। ਜੇ ਉਹਦੇ ਕੋਲੋਂ ਮੁੱਲ ਵੱਟ ਲਿਆ ਜੀ, ਇਹ ਸਿੱਖੀ ਨਹੀਂ, ਇਹ ਪੰਥਕ ਨਹੀਂ। ਝੋਲਾ ਭਾਵੇਂ ਮੇਰਾ ਪੰਥਕ ਹੀ ਹੋਵੇ, ਫਿਰ ਬਾਹਰੋਂ ਦਿਸਾਂ ਮੈਂ। ਸੋ ਇਸ ਕਰਕੇ ਸਿੱਖ ਕੌਣ ਹੈ, ਪੰਥਕ ਕੌਣ ਹੈ, ਤਬੀਅਤ ਦੱਸੇਗੀ, ਉਹਦਾ ਕਿਰਦਾਰ ਦੱਸੇਗਾ, ਉਹਦਾ ਝੋਲਾ ਨਹੀਂ ਦੱਸੇਗਾ। ਭਾਈ ਸਾਹਿਬ ਜੀ, ਉਹ ਹੱਥ ਜੋੜ ਕੇ ਬੇਨਤੀ ਹੈ। ਸੋ ਇਸ ਕਰਕੇ ਜਿਹੜਾ ਇਹ ਕਹਿਣਾ ਵੀ ਪੈਸੇ ਲੈ ਲਏ ਬੰਦਾ ਤੇ ਪੱਕਾ ਹੋ ਗਿਆ ਨਾ, ਮਤਲਬ ਕਿ ਅਸੀਂ ਇਹ ਫਰਾਡ ਆਪਣੀ ਜ਼ਿੰਦਗੀ 'ਚ ਪੀੜ੍ਹੀ ਦਰ ਪੀੜ੍ਹੀ ਅਜੇ ਵੀ ਜਾਰੀ ਰੱਖਣਾ ਚਾਹੁੰਦੇ ਹਾਂ। ਪਤਾ ਨਹੀਂ ਕਿੰਨੇ ਦਹਾਕਿਆਂ, ਸੈਂਕੜੇ ਸਦੀਆਂ ਤੋਂ ਇਹ ਚੱਲਿਆ ਆ ਰਿਹਾ। ਕੈਨੇਡੀਅਨ ਪਾਸਪੋਰਟ ਜੇਬ 'ਚ ਆਉਣ ਤੋਂ ਬਾਅਦ ਵੀ ਸਾਡੀ ਮਾਨਸਿਕਤਾ, ਸਾਡੀ ਸੋਚ ਇਹਦੇ ਪ੍ਰਤੀ ਨਹੀਂ ਬਦਲਦੀ। ਅਸੀਂ ਇਸ ਫਰਾਡ ਨੂੰ ਆਪਣੇ ਕਲਚਰ 'ਚ, ਆਪਣੇ ਸਮਾਜ ਵਿੱਚ ਗਲਤ ਮੰਨਦੇ ਹੀ ਨਹੀਂ। ਇਮੀਗ੍ਰੇਸ਼ਨ ਦੇ ਨੂੰ ਤੇ ਵੀਜ਼ਾ ਦੇ ਨੂੰ, ਜਿਸ ਕਰਕੇ ਇਹ ਗੱਲ ਮੰਨੀ ਜਾ ਸਕਦੀ ਆ ਪਈ ਇਹ ਸਾਡੇ ਖੂਨ ਤੇ ਸਾਡੀਆਂ ਹੱਡੀਆਂ 'ਚ ਰਚਿਆ ਹੋਇਆ ਫਰਾਡ ਆ, ਜਿਹਨੂੰ ਕਿ ਅਸੀਂ ਅੱਜ ਦੀ ਤਰੀਕ ਵਿੱਚ ਵੀ ਬੰਦ ਨਹੀਂ ਕਰਨਾ ਚਾਹੁੰਦੇ ਜੀ। ਇਸੇ ਕਰਕੇ ਹੀ ਆ ਵੀ ਤਰ੍ਹਾਂ ਤਰ੍ਹਾਂ ਦੀਆਂ ਇਹ ਲੁੱਟਾਂ ਕਰਨ ਦੇ ਲਈ ਦੁਕਾਨਦਾਰੀਆਂ ਖੋਲਦੀਆਂ ਰਹਿੰਦੀਆਂ, ਕਿਉਂਕਿ ਗਾਹਕ ਜੋ ਮੌਜੂਦ ਆ। LMIA ਦੀ ਲੁੱਟ ਇੰਨੀ ਵੱਡੀ ਕਿਉਂ ਚੱਲਦੀ ਰਹੀ? ਭੇਡ ਚਾਲ ਦੇ ਵਿੱਚ ਅੱਗੇ ਤੋਂ ਅੱਗੇ ਮਾਰਕੀਟ ਹੀ ਇਹਦੀ ਇੰਨੀ ਬਣਾਤੀ। ਜਿੰਨਾ ਚਿਰ ਹੁਣ ਨਹੀਂ ਨੱਥਿਆ, ਹੁਣ ਮਤਲਬ ਅੱਗੇ ਨਾਲੋਂ ਕਿੰਨਾ ਕੰਟਰੋਲ ਹੈ। ਸੋ ਇਸ ਕਰਕੇ ਇੱਕ ਮਰਦ ਅਗਮੜਾ ਹੀ ਕਾਫੀ ਹੁੰਦਾ ਜੇ ਕਿਸੇ ਨੇ ਕੁਛ ਕਰਨਾ ਹੋਵੇ। 1 ਲੱਖ ਦੇ ਵਿੱਚੋਂ 1 ਲੱਖ ਚੋਂ ਇੱਕ ਹੀ ਕਾਫੀ ਹੈ ਜੀ। ਨਾ ਦਿਓ ਸਹਿਯੋਗ ਇਹੋ ਜਿਹੇ ਫਰਾਡ ਰੋਕਣ ਲਈ। ਜੇ ਤੁਸੀਂ ਨਹੀਂ ਕਿਸੇ ਦੇ ਵਿੱਚ ਮਤਲਬ ਅਣਖ, ਗੈਰਤ ਤੇ ਹੋਰ ਜ਼ਰੂਰਤਾਂ ਦੀ ਪਤਾ ਨਹੀਂ ਕੀ ਆਪਾਂ ਗੱਲਾਂ ਕਰਦੇ ਹਾਂ, ਕੋਈ ਸਾਥ ਨਾ ਦਿਓ। ਇੱਕ ਆਵਾਜ਼ ਹੀ ਕਾਫੀ ਹੁੰਦੀ ਹੈ, ਇੱਕ ਆਵਾਜ਼ ਹੀ ਜਿੰਦੀ ਰਵੇ ਤਾਂ ਠੀਕ ਹੈ। ਸੋ ਇਸ ਕਰਕੇ ਮੈਂ ਸਮਝਾਂਗਾ ਕਿ ਵੀਜ਼ਾ ਤੇ ਇਮੀਗ੍ਰੇਸ਼ਨ ਦਾ ਫਰਾਡ ਸਾਡੇ ਹੱਡਾਂ ਤੇ ਖੂਨ ਚੋਂ ਜੇ ਕੱਢਣਾ ਹੈ ਤੇ ਭੈਣ ਭਰਾਓ ਇੰਨਾ ਕੁ ਸੋਚ ਲਓ ਵੀ ਜਦੋਂ ਕੈਨੇਡੀਅਨ ਹੋ ਗਏ, ਜਦੋਂ ਅਮਰੀਕਨ ਹੋ ਗਏ, ਜਦੋਂ ਯੂਰਪੀਅਨ ਹੋ ਗਏ ਜੀ, ਫੇਰ ਤੇ ਅਸੀਂ ਕਿਸੇ ਦੇ ਹੋ ਜਾਈਏ। ਉਹ ਫੇਰ ਤੇ ਉਸ ਦੇਸ਼ ਨਾਲ ਵਫਾ ਕਰ ਲਈਏ। ਪਾਸਪੋਰਟ ਗੱਤਾ ਹੀ ਨਾ ਕੱਲਾ ਜੇਬ 'ਚ ਪਾਈਏ, ਉਹਨਾਂ ਦਾ ਕਿਰਦਾਰ ਅਪਣਾਈਏ ਤੇ ਫੇਰ ਆਪਾਂ ਸਿੱਧੇ ਪਾਸੇ ਤੁਰ ਪਈਏ ਜੀ। ਸਭ ਨੂੰ ਪੱਕੇ ਕਰਾਈਏ, ਸਭ ਦੀ ਮਦਦ ਕਰੀਏ, ਲੇਕਿਨ ਕਿ ਗੁਰੂ ਸਾਹਿਬ ਦੀ ਸਿੱਖਿਆ ਦੇ ਮੁਤਾਬਕ ਫਰੀ ਵਿੱਚ, ਮੁਫਤ ਵਿੱਚ, ਨਿਸ਼ਕਾਮ। ਰੇਟ ਵੱਟ ਲਿਆ
ਉਹਦਾ ਵਿਰੋਧ ਹੋਣਾ ਚਾਹੀਦਾ। ਉਹ ਲੁੱਟ ਹੈ, ਉਹ ਦੁਕਾਨਦਾਰੀ ਹੈ, ਉਹ ਸੇਵਾ ਨਹੀਂ ਹੈ, ਉਹ ਮਦਦ ਨਹੀਂ ਹੈ ਜੀ। ਜੇ ਤੁਸੀਂ ਮੁੱਲ ਵੱਟ ਲਿਆ। ਮੁੱਲ ਵੱਟਣਾ ਪੰਥਕ ਰਸਤਾ ਨਹੀਂ ਹੈ ਜੀ। ਸੋ ਤਦ ਕਰਕੇ ਇਹ ਹੱਡਾਂ ਤੇ ਖੂਨ ਚੋਂ ਇਮੀਗ੍ਰੇਸ਼ਨ ਵੀਜ਼ਾ ਦਾ ਫਰਾਡ ਆਪਾਂ ਕੱਢੀਏ, ਘੱਟੋ ਘੱਟ ਉਸ ਤਰੀਕ ਤੋਂ ਜਿੱਦਣ ਕੈਨੇਡੀਅਨ ਹੋਣ ਦੀ ਸਹੁੰ ਚੁੱਕ ਲਈ। ਇੰਨੀ ਹੱਥ ਜੋੜ ਕੇ ਬੇਨਤੀ। ਜੌਲ ਸਾਹਿਬ ਵਾਈਂਡ ਅਪ ਕਰਦੇ ਆ ਗੱਲਬਾਤ ਨੂੰ। ਇੱਕ ਅਜਿਹਾ ਕੱਲ ਹਾਦਸਾ ਹੋਇਆ, ਯਾਰਕ ਪੁਲਿਸ ਨੇ ਅਰੈਸਟ ਕੀਤੀ ਐਂਡ ਚਾਰਜਡ ਇੰਪੇਅਰਡ ਫੀਮੇਲ ਡਰਾਈਵਰ ਜੋ 95 ਜਾ ਰਹੀ ਸੀ 50 ਦੀ ਜ਼ੋਨ ਦੇ ਵਿੱਚ। ਅਰਸ਼, ਇਹ ਵੀ ਲੱਗਦਾ ਵੈਸੇ ਕੈਨੇਡਾ ਦੀ ਭਾਲੀ ਨਹੀਂ ਪਚੀ, ਕਿਉਂਕਿ ਬੀਬੀ ਨੂੰ ਨਾ ਰੋਕ ਕੇ 95 ਤੇ ਜਾਂਦੀ ਨੂੰ ਰਾਤ ਦਾ ਉੱਤੋਂ 1:30 ਵੱਜਿਆ ਹੋਇਆ ਤੇ 50 ਦੀ ਸਪੀਡ ਦੀ ਬਜਾਏ ਜਾ ਰਹੀ 95 ਤੇ ਹਵਾ ਪਿਆਜ਼ੀ ਵੀ ਹੋਈ ਆ। ਹਵਾ ਪਿਆਜ਼ੀ ਹੋਈ ਨੂੰ ਰੋਕ ਕੇ ਪੁੱਛਿਆ ਉਹਨਾਂ ਨੇ ਬਾਰ-ਬਾਰ ਪੁਲਿਸ ਨੇ ਵੀ ਪੀਤੀ ਤਾਂ ਨਹੀਂ ਸੀ? ਕਹਿੰਦੀ ਨੋ। ਨਹੀਂ ਜੀ। ਅੱਛਾ, ਪਿਛਲੇ 24 ਘੰਟਿਆਂ 'ਚ ਤਾਂ ਨਹੀਂ ਸੀ ਪੀਤੀ? ਕਿਉਂਕਿ ਬਾਅਦ 'ਚ ਕਹਿੰਦੇ ਜੀ ਮੈਂ ਤਾਂ ਰਾਤੀ ਪੀਤੀ ਸੀ, ਸਵੇਰੇ ਥੋੜ੍ਹਾ ਪੀਤੀ ਸੀ। ਰਾਈਟ। ਉਹ ਕਹਿੰਦੇ ਜੀ 24 ਘੰਟਿਆਂ 'ਚ ਤਾਂ ਨਹੀਂ ਪੀਤੀ? ਕਹਿੰਦੀ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ। ਰਾਈਟ। ਉਹ ਜਦੋਂ ਟੈਸਟ ਕੀਤਾ ਤੇ ਟੈਸਟ ਫੇਲ ਹੋ ਗਿਆ। ਓਹੋ। ਗੱਡੀ ਹੁਣ 50 ਦੀ ਬਜਾਏ 95 ਤੇ ਰਾਤ ਦਾ 1:30 ਵੱਜਾ ਹੋਇਆ, ਸਿਟੀ ਬ੍ਰੈਂਪਟਨ ਦੇ ਨਾਲ ਲੱਗਦਾ ਵੌਨ ਹੈ ਤੇ ਬੱਚਾ ਪਿੱਛੇ 6 ਸਾਲ ਦਾ ਬਿਠਾਇਆ ਹੋਇਆ ਸੀਟ ਤੇ, ਉਹਨੂੰ ਸੀਟ ਬੈਲਟ ਲਾਈ ਨਹੀਂ ਹੋਈ। ਓਏ ਹੋਏ। ਸੋ ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਮਾਂ ਆ ਜਾਂ ਪੇਰੈਂਟ ਆ, ਰਾਤ ਨੂੰ 1:30 ਵਜੇ ਪੀਤੀ ਹੋਈ ਹੈ, ਗੱਡੀ ਜਾ ਰਹੀ ਦੁੱਗਣੀ ਸਪੀਡ ਤੇ ਬੱਚੇ ਦੇ ਪ੍ਰਤੀ ਤੁਹਾਨੂੰ ਪਤਾ ਦੇਖ ਲਓ ਹੁਣ ਕੀ ਔਲਾਦ ਦੇ ਕੇ ਜਾਊਗੀ ਇਸ ਕੈਨੇਡਾ ਦੇਸ਼ ਨੂੰ। ਤਦੇ ਕਰਕੇ ਅਸੀਂ ਕਹਿੰਦੇ ਕਿ ਜੋ ਮਾਪਿਆਂ ਦਾ ਕਿਰਦਾਰ ਹੈ, ਮਾਂ ਤੇ ਪਿਓ ਦਾ, ਉਹ ਟਰਾਂਸਫਰ ਹੋਏਗਾ ਬੱਚੇ ਦੇ ਵਿੱਚ ਜੀ। ਉਹਨੇ ਗੁੰਡਾ ਆਨਸਰ ਬੇਈਮਾਨ ਬਣਨਾ ਹੈ ਕਿ ਜਾਂ ਕੋਈ ਕਿਰਦਾਰਧਾਰੀ ਕੈਨੇਡੀਅਨ ਬਣਨਾ, ਇਹ ਮਾਪਿਆਂ ਦਾ ਕਿਰਦਾਰ ਨਿਰਧਾਰਿਤ ਕਰਦਾ ਹੈ। ਸੋ ਮੁੜ ਕੇ ਹੱਥਕੜੀਆਂ ਲੱਗੀਆਂ ਮੌਕੇ ਤੇ, ਚਾਰਜ ਕੀਤੀ ਗਈ ਹੈ ਡਰਿੰਕ ਐਂਡ ਡਰਾਈਵ ਦੇ ਵਿੱਚ, ਓਵਰ ਸਪੀਡਿੰਗ ਦੇ ਵਿੱਚ। ਆ ਬੱਚਾ ਤੇ ਫਿਰ ਦੇ ਹੀ ਦਿੱਤਾ ਚਿਲਡਰਨ ਏਡ ਸੁਸਾਇਟੀ ਨੂੰ। ਓ ਨੋ। ਹੈ ਨਾ, ਲਾਇਸੈਂਸ ਵੀ ਰੱਖ ਲਿਆ, ਗੱਡੀ ਵੀ ਰੱਖ ਲਈ। ਹੁਣ ਖੱਜਲ ਖੁਆਰੀਆਂ ਤੇ ਕਚਹਿਰੀਆਂ ਦੀਆਂ ਰੌਣਕਾਂ ਤਾਂ ਵਧਾਊਗੀ। ਵਕੀਲ ਤਾਂ ਗੱਲ ਹੀ $10,000 ਤੋਂ ਸ਼ੁਰੂ ਕਰਦੇ ਆ ਨਾ। ਤੇ ਮੁੜ ਕੇ ਬੀਬੀਆਂ ਨੂੰ ਤੇ ਫਿਰ ਇਹ ਪਰੇਸ਼ਾਨੀ ਹੋ ਜਾਂਦੀ ਵੀ ਮੈਂ ਵਕੀਲ ਨੂੰ ਜਾ ਕੇ ਦੱਸੂਗੀ ਵੀ ਮੈਂ ਚੰਦ ਕੀ ਚੜ੍ਹ ਕੇ ਆਈ ਹਾਂ। ਸ਼ਰਾਬ ਪੀ ਕੇ ਗੱਡੀ ਚਲਾਉਂਦੀ ਸੀ, ਦੁੱਗਣੀ ਸਪੀਡ ਤੇ ਚਲਾਉਂਦੀ ਸੀ, ਪਿੱਛੇ ਬੱਚਾ ਬੈਠਾ ਸੀ, ਉਹਨੂੰ ਸੀਟ ਬੈਲਟ ਵੀ ਨਹੀਂ ਸੀ ਲਾਈ, ਉੱਤੋਂ ਰਾਤ ਦਾ 1:30 ਵਜਿਆ ਸੀ। ਲੁੱਕ ਐਟ ਦੈਟ। ਸੋ ਇਸ ਕਰਕੇ ਕੈਨੇਡਾ ਦੀ ਭਾਲ ਸਾਨੂੰ ਪਛਣੀ ਚਾਹੀਦੀ, ਕਿਉਂਕਿ ਜੀ ਬਹੁਤ ਲੋਕ ਇੱਥੇ ਗਲਤ ਹੋਣਗੇ। ਅਸੀਂ ਇਹ ਡਰਾਮਾ ਵੀ ਕਰਦੇ ਆ ਵੀ ਇੱਥੇ ਕਿਹੜੇ ਸਾਰੇ ਚੰਗੇ ਆ, ਠੀਕ ਆ, ਪਰ ਅਸੀਂ ਤਾਂ ਚੰਗੇ ਸੀ। ਸਾਡੇ ਚੋਂ ਕੌਣ ਸੀ ਜਿਹਦਾ ਇਹ ਸੁਪਨਾ ਸੀ ਆਪਣੇ ਦੇਸ਼ ਵਿੱਚ ਬੈਠਿਆਂ ਮੈਂ ਕੈਨੇਡਾ ਪਹੁੰਚੂ, ਨਹਾ ਧੋ ਕੇ, ਨਵੇਂ ਕੱਪੜੇ ਪਾ ਕੇ, ਟੈਚੀ ਵੀ ਲੈ ਕੇ ਤੇ ਦਿਮਾਗ ਦੇ ਕੂੜ ਕਬਾੜੇ ਉਹੀ ਰੱਖੂੰ, ਬੇਈਮਾਨੀਆਂ ਕਰੂੰ, ਉੱਥੇ ਜਾ ਕੇ ਆਹ ਚੰਦ ਚਾੜੂ? ਕੌਣ ਸੀ? ਇੱਕ ਵੀ ਨਹੀਂ ਸੀ। ਉਹ ਤੇ ਜੇ ਇੱਕ ਵੀ ਨਹੀਂ ਸੀ ਤੇ ਫਿਰ ਇੱਥੇ ਆ ਕੇ ਇਹ ਜਿਹੜੀਆਂ ਅਪਰਾਧਿਕ ਬੇਈਮਾਨੀਆਂ, ਡਰਿੰਕ ਡਰਾਈਵ ਦਾ ਚਾਰਜ ਕ੍ਰਿਮੀਨਲ ਚਾਰਜ ਹੈ ਜੀ। ਸ਼ਰਾਬ ਪੀ ਕੇ ਗੱਡੀ ਚਲਾਉਣਾ ਆਇਆ ਸੀ ਇੱਥੇ, ਕੌਣ ਆਉਂਦਾ? ਜੇ ਇੱਥੇ ਆ ਕੇ ਚਲਾਉਣੇ ਆ ਤੇ ਮਤਲਬ ਕਿ ਅਸੀਂ ਭੁੱਲ ਗਏ ਅਸੀਂ ਕਿਹੜੇ ਕੰਮ ਆਏ ਸੀ। ਸੋ ਤਦ ਕਰਕੇ ਅਸੀਂ ਸਮਾਂ ਯਾਦ ਰੱਖੀਏ ਜੀ। ਇੱਥੇ ਬਹੁਤ ਭੈੜੇ ਲੋਕ ਹੋਣਗੇ, ਪਰ ਅਸੀਂ ਯਾਦ ਰੱਖੀਏ ਵੀ ਅਸੀਂ ਕਿਹੜੇ ਕੰਮ ਆਏ ਸੀ। ਇੱਕ ਵੀ ਨਹੀਂ ਸੀ ਆਇਆ ਇੱਥੇ ਬੇਈਮਾਨ ਤੇ ਬੇਈਮਾਨਣੀ ਬਣ, ਇਹ ਯਾਦ ਰਵੇ। 4168953784 ਜੌਲ ਸਾਹਿਬ ਦਾ ਨੰਬਰ ਹੈ ਜੀ। 4168953784 ਤੇ ਐਨੀ ਟਾਈਮ ਜੌਲ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਕੇ ਨਿਊਜ਼ ਵਿਊਜ਼ ਗੱਲਾਂ ਬਾਤਾਂ ਵੀਡੀਓ ਵੀ ਸ਼ਾਮਲ ਸਵੇਰੇ ਤੁਹਾਨੂੰ ਪਹੁੰਚ ਜਾਂਦੇ ਨੇ ਤੁਹਾਡੇ ਹੈਂਡ ਹੈਲਡ ਡਿਵਾਈਸਿਸ ਤੇ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।